ट्रांसफॉर्मर्स ते ने ट्रांसफॉर्मर का जिहड़ा टॉपिक है इस ते अराउंड 4 ਤੋਂ 5 क्वेश्चन जिहड़े ने आराम नाल आ जांदे ने है ना पर कल्ला ट्रांसफॉर्मर ते क्वेश्चन ही नहीं आते है ना ਇਹ ਤੁਹਾਡੀ ਕਨਸੈਪਟ ਬਿਲਡਿੰਗ ਵੀ ਕਰਦਾ ਹੈ ਫॉर द ਫਰਦਰ ਇਲੈਕਟ੍ਰੀਕਲ ਮਸ਼ੀਨਸ ਹੈ ਨਾ ਇਲੈਕਟ੍ਰੀਕਲ ਮਸ਼ੀਨਸ ਦੇ ਵਿੱਚ ਤੁਹਾਡੀ ਕਨਸੈਪਟ ਅੱਗੇ ਬਿਲਡਿੰਗ ਵੀ ਕਰਦਾ ਹੈ ਨਾ ਤਾਂ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਧਿਆਨ ਨਾਲ ਸੁਣੋ ਬਹੁਤ ਸੌਖਾ ਕਨਸੈਪਟ ਹੈ ज़्यादा ਡੈਪਥ 'ਚ ਵੜਨ ਦੀ ਤੁਹਾਨੂੰ ਲੋੜ ਵੀ ਹੈ ਨਹੀਂ ਓਕੇ ਕਿਉਂਕਿ ਉਸ ਟਾਈਪ ਦੇ ਕੁਐਸਚਨ ਆਉਂਦੇ ਵੀ ਨਹੀਂ ਹੈ ਨਾ ਤੇ ਜੇ ਆਉਂਦੇ ਵੀ ਹੋਏ ਫਿਰ ਵੀ ਤੁਸੀਂ ਉਹਨੂੰ ਸਿੰਪਲੀ ਈਜ਼ੀਲੀ ਸੋਲਵ ਕਰ ਲਓਗੇ ਕਿਉਂਕਿ ਆਪਾਂ ਉਹਨੂੰ ਵੀ ਡਿਸਕਸ ਕਰਾਂਗੇ ਓਕੇ ਚਲੋ ਸਟਾਰਟ ਕਰਦੇ ਹਾਂ okay electric power in one circuit is transformed into electric power of the same frequency in another circuit is known as the transformer ਜਿਹਦੇ ਚ ਕਿ ਇਹ ਇਹੋ ਜਿਹਾ ਕੁਝ ਕੰਮ ਕਰਦਾ ਹੈ ਨਾ ਕਿ ਪਾਵਰ ਨੂੰ ਜਿਹੜਾ ਉਹ ਟ੍ਰਾਂਸਫਰ ਕਰਦਾ ਹੈ ਪਾਵਰ ਨੂੰ ਟ੍ਰਾਂਸਫਾਰਮ ਕਰਦਾ ਹੈ ਉਹਨੂੰ ਕਹਿੰਦੇ ਆ ਪਾਵਰ ਟ੍ਰਾਂਸਫਾਰਮਰ ਠੀਕ ਹੈ ਨਾ the physical basis of the transformer is mutual induction between the two circuits linked by a common magnetic flux ਹੁਣ ਕਹਿ ਕੀ ਰਿਹਾ ਹੈ ਇਹ ਕਹਿੰਦਾ ਕਿ ਇਹ ਇੱਕ ਸਿੰਪਲ ਜਿਹਾ ਕਹਿੰਦਾ ਕੋਈ ਆਇਰਨ ਬਾਰ ਲੈ ਲਓ ਠੀਕ ਹੈ ਆ ਲੋਹੇ ਦਾ ਇੱਕ ਰਿੰਗ ਲੈ ਲਿਆ ਉਹਦੇ ਉੱਪਰ ਇੱਥੇ ਇੱਕ ਕੋਇਲ ਲਪੇਟਤੀ ਇੱਧਰ ਇੱਕ ਕੋਇਲ ਵਾਈਂਡ ਕਰਤੀ ਠੀਕ ਹੈ ਜਦੋਂ ਕਹਿੰਦਾ ਆਪਾਂ ਇੱਥੇ ਕੋਈ ਏਸੀ ਵੋਲਟੇਜ ਲਗਾਉਂਦੇ ਆ ਏਸੀ ਪਾਵਰ ਸੋਰਸ ਦਿੰਦੇ ਆ ਤਾਂ ਦੂਸਰੀ ਸਾਈਡ ਤੇ ਜਿਹੜੀ ਆਪਾਂ ਨੂੰ ਕਰੰਟ ਜਾਂ ਪਾਵਰ ਪ੍ਰੋਡਿਊਸ ਮਿਲਦੀ ਹੈ ਆਪਾਂ ਨੂੰ ਕਰੰਟ ਦਿਖਦਾ ਵੀ ਉੱਥੇ ਕਰੰਟ ਪ੍ਰੋਡਿਊਸ ਹੋ ਗਿਆ ਓਕੇ ਤਾਂ ਇਸ ਚੀਜ਼ ਨੂੰ ਟਰਾਂਸਫਾਰਮਰ ਕਹਿੰਦੇ ਨੇ ਇਹਨੇ ਪਾਵਰ ਜਿਹੜੀ ਹੈਗੀ ਜਿਹੜੀ ਇਸ ਸਰਕਿਟ ਦਾ ਮੈਗਨੈਟਿਕ ਫਲਕਸ ਹੈ ਇਸ ਤੋਂ ਕੀ ਹੈ ਇਸ ਦੇ ਵਿੱਚ ਕਰੰਟ ਗਿਆ ਤਾਂ ਇੱਥੇ ਕੀ ਹੋਇਆ ਦ ਰੇਟ ਆਫ ਚੇਂਜ ਇਨ ਮੈਗਨੈਟਿਕ ਫਲਕਸ ਹੋਇਆ ਬਿਕੋਜ਼ ਇਹ ਇੱਕ ਸਾਈਨੋਸੋਇਡਲ ਵੇਵ ਫਾਰਮ ਹੈ ਠੀਕ ਹੈ ਨਾ ਤੇ ਇਹਦੇ 'ਚ ਮੈਗਨੀਟਿਊਡ ਵੀ ਚੇਂਜ ਹੋ ਰਿਹਾ ਤੇ ਡਾਇਰੈਕਸ਼ਨ ਵੀ ਚੇਂਜ ਹੋ ਰਹੀ ਹੈ ਕਰੰਟ ਦੀ ਵਿਦ ਰਿਸਪੈਕਟ ਟੂ ਟਾਈਮ ਓਕੇ ਤਾਂ ਇੱਥੇ ਜਿਹੜਾ ਫਲਕਸ ਹੈ ਉਹ ਜਿਹੜਾ ਪਾਸ ਕਰਨ ਲੱਗ ਗਿਆ ਫਲੋ ਕਰਨ ਲੱਗ ਗਿਆ ਤੇ ਫਲਕਸ ਦੀ ਵੈਲਿਊ ਵੀ ਵੇਰੀ ਕਰਨ ਲੱਗ ਗਈ ਠੀਕ ਹੈ ਸਾਈਨੋਸੋਇਡਲ ਵੇਵ ਵਾਂਗੂ ਘਟਣ ਤੇ ਵਧਣ ਲੱਗ ਗਈ ਚੇਂਜ ਕਰਨ ਲੱਗ ਗਈ ਠੀਕ ਹੈ ਤਾਂ ਉਹ ਜਿਹੜਾ ਚੇਂਜ ਹੈ ਇਸ ਕੋਇਲ ਨਾਲ ਜਿਹੜਾ ਲਿੰਕ ਕੀਤਾ ਤਾਂ ਇਸ ਦੇ ਵਿੱਚ ਜਿਹੜੀ ਹੈਗੀ ਪਾਵਰ ਪ੍ਰੋਡਿਊਸ ਹੋ ਗਈ ਠੀਕ ਹੈ ਨਾ ਇਹੀ ਕਹਿੰਦਾ ਸੀਗਾ ਫੈਰਾਡੇਜ਼ ਫਸਟ ਲਾਅ the rate of change in magnetic flux linked with any other coil changes and EMF is induced in the other coil ਤਾਂ ਇੱਥੇ EMF ਜਿਹੜੀ ਹੈ ਇੰਡਿਊਸਡ ਹੋ ਗਈ ਜਾਂ ਫਿਰ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਕ੍ਰੀਏਟ ਹੋ ਗਿਆ okay that is transformer okay the physical basis of transformer is mutual induction between the two circuits linked by a common magnetic flux okay now it consists of the two windings है ना two inductive coils which are electrically separated ਜਿਹੜੀਆਂ ਕਿ ਹੋ ਸਕਦਾ ਹੈ ਕਿ electrically separated ਹੋਣ ਮਤਲਬ ਹੈ ਨਾ ਐਕਸੈਪਸ਼ਨ ਹੈਗੀ ਆ ਔਰ ਆਟੋ ਟਰਾਂਸਫਾਰਮਰ ਆ ਉਸ ਸਿੰਗਲ ਕੋਇਲ ਹੁੰਦੀ ਹੈ ਦੇ ਆਰ ਮੈਗਨੈਟਿਕਲੀ ਐਂਡ ਇਲੈਕਟ੍ਰੀਕਲੀ ਹੈ ਨਾ ਜੁਆਇੰਟ ਹੁੰਦੀਆਂ ਪਰ ਇਸ ਜਿਹੜੀ ਸਿੰਪਲ ਡੈਫੀਨੇਸ਼ਨ ਹੈ ਉਹ ਕਹਿੰਦਾ ਕਿ ਮੈਗਨੈਟਿਕਲੀ ਲਿੰਕਡ ਹੁੰਦੀਆਂ ਇਲੈਕਟ੍ਰੀਕਲੀ ਲਿੰਕਡ ਮੰਨ ਲਓ ਨਹੀਂ ਹੁੰਦੀਆਂ ਓਕੇ ਦਿਸ ਇਜ਼ ਬੇਸਿਕ ਫੰਡਾਮੈਂਟਲ ਓਕੇ ਤਾਂ ਕਹਿੰਦਾ ਵੀ ਇੱਥੇ ਕੀ ਹੈ ਮੰਨ ਲਓ ਇਹਦਾ ਫਲਕਸ ਇਹ ਨਾਲ ਲਿੰਕ ਕਰ ਗਿਆ ਉਹੀ ਚੀਜ਼ ਇੱਥੇ ਦਿਖਾਈ ਹੋਈ ਹੈ ਓਕੇ ਮੰਨ ਲਓ ਇੱਥੇ ਟਰਨਸ ਹੈਗੇ ਆ ਪ੍ਰਾਇਮਰੀ ਟਰਨ ਇੱਥੇ ਇਸ ਤੇ ਜਿਹੜੀ ਵਾਊਂਡ ਕੀਤੀ ਹੈ ਉਹ ਨੰਬਰ ਆਫ ਟਰਨਸ ਹੈਗੇ n ਇੱਥੇ ਨੰਬਰ ਆਫ ਟਰਨਸ ਹੈਗੇ ਆ n2 ਓਕੇ ਠੀਕ ਹੈ ਤੇ ਇਹ ਆਪਣਾ ਮੈਗਨੈਟਿਕ ਪਾਥ ਹੈ ਜਿਹਦੇ ਵਿੱਚ ਦੀ ਕਿ ਆਪਣਾ ਫਲਕਸ ਜਿਹੜਾ ਉਹ ਫਲੋ ਕਰਦਾ ਠੀਕ ਹੈ ਜੀ ਕਲੀਅਰ ਹੈ ਓਕੇ these are two windings which are magnetically linked ਇੱਥੇ ਜਿਹੜਾ ਫਲਕਸ ਹੈ ਉਹ ਦੋਨੋਂ ਚੋਂ ਸੇਮ ਅਮਾਉਂਟ ਦਾ ਪਾਸ ਕਰ ਰਿਹਾ ਹੈਗਾ ਬਟ ਦੇ ਆਰ ਨੋਟ ਕਨੈਕਟਡ ਟੂ ਈਚ ਅਦਰ ਹੈ ਨਾ ਇਹਦਾ ਟਰਮੀਨਲ ਇੱਧਰ ਰਹੇ ਇਹਦਾ ਟਰਮੀਨਲ ਇੱਧਰ ਰਹੇ ਓਕੇ ਠੀਕ ਹੈ ਜੀ ਓਕੇ ਨਾਓ ਹੁਣ ਟਰਾਂਸਫਾਰਮਰ ਦੇ ਵਿੱਚ ਹੁੰਦਾ ਕੀ ਕੁਛ ਹੈ ਆਹ ਵਾਲਾ ਕੰਜ਼ਰਵੇਟਰ ਹੈ ਆਈ ਥਿੰਕ ਆਪਾਂ ਕੱਲ੍ਹ ਕੁਐਸਚਨਸ ਵੀ ਥੋੜ੍ਹੇ ਜਿਹੇ ਕੀਤੇ ਸੀ ਇਸਦੇ ਦਿਸ ਇਜ਼ ਅ ਕੰਜ਼ਰਵੇਟਰ ਦੇ ਵਿੱਚ ਆਇਲ ਪਾਇਆ ਹੁੰਦਾ ਠੀਕ ਹੈ ਨਾ ਤੇ ਇਨਫੈਕਟ ਇਹ ਪੂਰੀ ਦੀ ਪੂਰੀ ਜਿਹੜੀ ਆ ਕੋਰ ਹੈ ਨਾ ਇਸ ਨੂੰ ਇੱਕ ਟੈਂਕ ਦੇ ਵਿੱਚ ਪਾਇਆ ਹੁੰਦਾ ਮੰਨ ਲਓ ਕੋਰ ਇਸ ਟੈਂਕ 'ਚ ਪਾਤੀ ਤੇ ਇਸ ਦੇ ਵਿੱਚ ਸਾਰੇ ਕਿਤੇ ਤੇਲ ਹੀ ਤੇਲ ਹੁੰਦਾ ਓਕੇ ਆਇਲ ਹੀ ਆਇਲ ਹੁੰਦਾ ਓਕੇ ਤਾਂ ਇਸ ਦੇ ਵਿੱਚ ਜਿਹੜਾ ਟੈਂਕ ਜਿਹੜਾ ਹੁੰਦਾ ਜਿਹਦੇ 'ਚ ਆਲਰੇਡੀ ਥੋੜ੍ਹਾ ਜਿਹਾ ਤੇਲ ਐਕਸੈਸ ਅਮਾਊਂਟ 'ਚ ਪਿਆ ਹੁੰਦਾ ਤੇ ਨੀਚੇ ਇੱਥੇ ਜਿਹੜੀ ਹੈ ਬਕਲ ਰੇ ਲਾਈ ਹੁੰਦੀ ਹੈ ਓਕੇ ਤਾਂ ਜੇ ਤੇਲ ਥੋੜ੍ਹਾ ਜਿਹਾ ਵੱਧਦਾ ਹੈ ਤਾਂ ਉਸ ਹਿਸਾਬ ਨਾਲ ਇਸ ਦੇ ਵਿੱਚ ਦੀ ਪਾਸ ਕਰਦਾ ਰਹਿੰਦਾ ਘਟਦਾ ਰਹਿੰਦਾ ਹੈ ਨਾ ਉਸ ਹਿਸਾਬ ਨਾਲ ਚੱਲਦਾ ਰਹਿੰਦਾ ਤੇ ਇਹ ਹੁੰਦੀ ਹੈ PRV ਵਾਲਵ ਕਹਿੰਦੇ ਉਹਨੂੰ ਪ੍ਰੈਸ਼ਰ ਰਿਲੀਜ਼ ਵਾਲਵ ਕਹਿ ਦਿੰਦੇ ਆ ਜਾਂ ਫਿਰ ਐਕਸਪਲੋਜਨ ਵੈਂਟ ਕਹਿ ਦਿੰਦੇ ਆ
ਵੀ ਜੇ ਮੰਨ ਲਓ ਐਬਨੋਰਮਲੀ ਹਾਈ ਹੋ ਜਾਣ, ਇਸ ਦੇ ਵਿੱਚ ਗੈਸਿਸ ਬਣ ਜਾਣ, ਤਾਂ ਇਹ ਵਾਲਵ ਜਿਹੜਾ ਹੈ ਆਪਣੇ ਪ੍ਰੈਸ਼ਰ ਦੇ ਅਕੋਰਡਿੰਗ ਹੈਗਾ ਉਹ ਫਟ ਜਾਂਦਾ ਹੈਗਾ, ਅਤੇ ਇਸ ਚੋਂ ਜਿਹੜੀਆਂ ਗੈਸਿਸ ਆ ਉਹ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਓਕੇ, ਇਹ ਮੰਨ ਲਓ ਇਹਦੇ ਪ੍ਰਾਇਮਰੀ ਟਰਮੀਨਲਸ ਨੇ, ਪ੍ਰਾਇਮਰੀ ਕੋਇਲ ਹੈ, ਤੇ ਇਹ ਇਹਦੀ ਸੈਕੰਡਰੀ ਕੋਇਲ। ਆਪਾਂ ਪ੍ਰਾਇਮਰੀ ਤੇ ਸੈਕੰਡਰੀ ਬਾਰੇ ਦੱਸਣਾ ਭੁੱਲ ਗਿਆ। ਦਿਸ ਇਜ਼ ਅ ਪ੍ਰਾਇਮਰੀ ਕੋਇਲ, ਜਿਹੜੀ ਕੋਇਲ ਜਿਹਦੇ ਨਾਲ ਆਪਾਂ ਇਨਪੁਟ ਵੋਲਟੇਜ ਦਿੰਦੇ ਹਾਂ ਉਸ ਨੂੰ ਕਹਿ ਦਿੰਦੇ ਹਾਂ ਪ੍ਰਾਇਮਰੀ ਕੋਇਲ। ਸੈਕੰਡਰੀ ਜਿੱਥੋਂ ਆਊਟਪੁੱਟ ਆਪਾਂ ਲੈਂਦੇ ਹਾਂ ਦੈਟ ਇਜ਼ ਅ ਸੈਕੰਡਰੀ ਕੋਇਲ। ਓਕੇ, ਇੱਕ ਗੱਲ ਦਾ ਧਿਆਨ ਰੱਖਿਓ ਵੀ ਪ੍ਰਾਇਮਰੀ ਤੇ ਸੈਕੰਡਰੀ ਕੋਇਲ ਦਾ ਟਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਮਤਲਬ ਇਹਦੇ ਟਰਨ ਫਿਕਸ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹਦੇ ਟਰਨ ਜ਼ਿਆਦਾ ਹੈ ਉਹ ਪ੍ਰਾਇਮਰੀ ਕੋਇਲ ਹੈ, ਜਿਹਦੇ ਟਰਨ ਘੱਟ ਹੈ ਉਹ ਪ੍ਰਾਇਮਰੀ ਕੋਇਲ ਹੈ। ਪ੍ਰਾਇਮਰੀ ਕੋਇਲ ਜਿਹੜੀ ਹੈ ਉਸ ਦੇ ਟਰਨ ਸੈਕੰਡਰੀ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਤੇ ਘੱਟ ਵੀ ਹੋ ਸਕਦੇ ਨੇ। ਓਕੇ, ਠੀਕ ਹੈ ਜੀ। ਤੇ ਪ੍ਰਾਇਮਰੀ ਕੋਇਲ ਸਿਰਫ ਉਸ ਨੂੰ ਕਿਹਾ ਜਾਂਦਾ ਜਿਸ ਦੇ ਵਿੱਚ ਕਿ ਆਪਾਂ EMF ਸੋਰਸ ਜਿਹੜਾ ਲਾਉਂਦੇ ਹਾਂ, ਜਿੱਥੇ ਆਪਾਂ ਸੋਰਸ ਲਗਾਉਂਦੇ ਹਾਂ ਦੈਟ ਇਜ਼ ਅ ਪ੍ਰਾਇਮਰੀ ਕੋਇਲ। ਸੈਕੰਡਰੀ ਉਹ ਜਿੱਥੋਂ ਆਪਾਂ ਕਿ ਇੰਡਕਸ਼ਨ ਹੁੰਦੀ ਹੈ, ਜਿੱਥੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੁੰਦੀ ਹੈ, ਜਿੱਥੇ EMF ਪ੍ਰੋਡਿਊਸ ਹੁੰਦੀ ਹੈ, ਦੈਟ ਇਜ਼ ਦ ਸੈਕੰਡਰੀ ਕੋਇਲ। ਓਕੇ, ਓਕੇ, ਨਾਓ ਇਹ ਇੱਕ ਬਰੀਥਰ ਲੱਗਿਆ ਹੁੰਦਾ, ਬਰੀਥਰ ਦੀ ਆਪਾਂ ਗੱਲ ਕੀਤੀ ਸੀ, ਸਿਲਿਕਾ ਜੈਲ ਪਾਇਆ ਹੁੰਦਾ ਤਾਂ ਕਿ ਮਾਸਟਰ ਕੰਟੈਂਟ ਜਿਹੜਾ ਉਹ ਐਬਜ਼ੌਰਬ ਕਰ ਸਕੇ। ਓਕੇ, ਇਹਨਾਂ ਨੂੰ ਜਿਹੜੇ ਹੈਗੇ ਆ ਕੂਲਿੰਗ ਟਿਊਬਸ ਕਹਿੰਦੇ ਨੇ, ਜਾਂ ਫਿਰ ਇਹਨਾਂ ਨੂੰ ਕਹਿੰਦੇ ਨੇ ਬਰੋਡ ਟਰਮ ਦੇ ਵਿੱਚ ਰੇਡੀਏਟਰ। ਰੇਡੀਏਟਰ ਇਹਨਾਂ ਦਾ ਸੋਲ ਪਰਪਸ ਕੀ ਹੁੰਦਾ ਹੈ ਕਿ ਜਿਹੜੀ ਇਹ ਆਇਲ ਜਿਹੜਾ ਹੀਟ ਅਪ ਹੋਇਆ ਉਹ ਇਸ ਦੇ ਵਿੱਚ ਦੀ ਪਾਸ ਕਰੀ ਜਾਂਦਾ ਰਹਿੰਦਾ, ਇਸ ਦੇ ਵਿੱਚ ਦੀ ਫਲੋ ਕਰਦਾ ਰਹਿੰਦਾ, ਤੇ ਉਹ ਆਇਲ ਜਿਹੜਾ ਹੈਗਾ ਇਹ ਰੇਡੀਏਟਰ ਕਰਕੇ ਠੰਡਾ ਹੁੰਦਾ ਰਹਿੰਦਾ। ਕਿਉਂ ਠੰਡਾ ਹੁੰਦਾ ਰਹਿੰਦਾ? ਬਿਕੋਜ਼ ਦੇ ਹੈਵ ਦ ਲਾਰਜ ਏਰੀਆ। ਓਕੇ, ਲਾਰਜ ਏਰੀਆ, ਇਹ ਇੱਕ ਰੇਡੀਏਟਰ ਹੈ। ਇੱਕ ਥਰਮੋਡਾਇਨਾਮਿਕਸ ਦਾ ਪ੍ਰਿੰਸੀਪਲ ਹੁੰਦਾ ਹੈ ਕਿ ਅਗਰ ਤੁਸੀਂ ਹੀਟ ਰੇਡੀਏਟ ਕਰਨੀ ਹੈ ਤਾਂ ਸਰਫੇਸ ਏਰੀਆ ਵਧਾ ਦਿਓ, ਹੈ ਨਾ, ਜਾਂ ਫਿਰ ਐਂ ਕਹਿ ਲਓ ਵੀ ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਠੰਡਾ ਕਰਨਾ ਤਾਂ ਉਹਨੂੰ ਵੱਡੇ ਬਰਤਨ ਦੇ ਵਿੱਚ ਪਾ ਦਿਓ, ਇਟ ਵਿਲ ਬੀ ਕੂਲ ਅਪ ਈਜ਼ੀਲੀ, ਹੈ ਨਾ। ਤਾਂ ਉਹੀ ਚੀਜ਼ ਇੱਥੇ ਆਪਾਂ ਸਰਫੇਸ ਏਰੀਆ ਵਧਾਤਾ, ਨੰਬਰ ਆਫ ਫਿਨਸ ਜਿਹੜੀਆਂ ਇੱਥੇ ਐਡ ਅਪ ਕਰਤੀਆਂ, ਫਿਨਸ ਦੀ ਫਿਨਸ ਲਗਾਤੀਆਂ, ਤੇ ਇਹਨਾਂ ਦੇ ਵਿੱਚ ਦੀ ਜਿਹੜਾ ਹੈ ਆਪਣਾ ਆਇਲ ਜਿਹੜਾ ਉਹ ਪਾਸ ਕਰਦਾ ਰਹਿੰਦਾ ਸੋ ਦੈਟ ਕਿ ਉਹ ਜਲਦੀ ਕੂਲ ਹੋ ਜਾਏ। ਠੀਕ ਹੈ ਜੀ, ਇਹਨਾਂ ਨੂੰ ਕੂਲਿੰਗ ਟਿਊਬ ਵੀ ਕਹਿੰਦੇ ਨੇ, ਥੀਸ ਆਰ ਦ ਰੇਡੀਏਟਰਸ ਆਲਸੋ। ਓਕੇ, ਨਾਓ ਦ ਟਾਈਪ ਆਫ ਦ ਟਰਾਂਸਫਾਰਮਰ ਯੂਜ਼ਲੀ, ਹੈ ਨਾ। ਬੇਸਿਕ ਕੰਸਟਰਕਸ਼ਨ ਦੇ ਵਿੱਚ ਟਾਈਪ ਜਿਹੜੀ ਹੈਗੀ ਹੈ ਦੋ ਤਰ੍ਹਾਂ ਦੀ ਹੁੰਦੀ, ਇੱਕ ਹੁੰਦੀ ਹੈ ਕੋਰ ਟਾਈਪ, ਇੱਕ ਹੁੰਦੀ ਹੈ ਸ਼ੈਲ ਟਾਈਪ। ਓਕੇ, ਦਿਸ ਇਜ਼ ਅ ਕੋਰ ਟਾਈਪ। ਓਕੇ, ਇਸ ਦੇ ਵਿੱਚ ਕੀ ਹੈਗਾ ਕਿ ਜਿਹੜੀ ਇਹ ਕੋਰ ਹੈ ਇਸ ਦੇ ਦੋਨੋਂ ਸਾਈਡ ਤੇ ਕੋਇਲਸ ਜਿਹੜੀਆਂ ਹੈਗੀਆਂ ਉਹ ਵਾਊਂਡ ਕੀਤੀਆਂ ਹੁੰਦੀਆਂ। ਓਕੇ, ਦਿਸ ਇਜ਼ ਅ ਕੋਰ ਟਾਈਪ ਟਰਾਂਸਫਾਰਮਰ। ਓਕੇ, ਇਸ ਵਿੱਚ ਕੀ ਹੈ, ਲੈਮੀਨੇਟਡ ਸ਼ੀਟਸ ਹੁੰਦੀਆਂ ਹੈਗੀਆਂ, ਇਹਨਾਂ ਨੂੰ ਬਰੀਕ ਬਰੀਕ ਥਿਕਨੈਸ ਦੀ ਹੁੰਦੀਆਂ ਹੈਗੀਆਂ, ਉਹਨਾਂ ਨੂੰ ਆਪਸ ਜੋੜ ਕੇ ਪੂਰਾ ਇਹ ਢਾਂਚਾ ਬਣਾਇਆ ਹੁੰਦਾ, ਇਹਦੇ ਉੱਪਰ ਜਿਹੜੀ ਆਪਾਂ ਵਾਈਂਡਿੰਗ ਜਿਹੜੀ ਹੈ ਵਾਊਂਡ ਕਰ ਦਿੰਦੇ ਹਾਂ। ਓਕੇ, ਦਿਸ ਇਜ਼ ਅ ਕੋਰ ਟਾਈਪ ਟਰਾਂਸਫਾਰਮਰ। ਓਕੇ, ਸ਼ੈਲ ਟਾਈਪ ਦੇ ਵਿੱਚ ਕੀ ਹੁੰਦਾ ਹੈ? ਸ਼ੈਲ ਟਾਈਪ ਦੇ ਵਿੱਚ ਕੰਪਲੀਟਲੀ ਉਲਟਾ ਹੁੰਦਾ ਹੈ। ਉਸ ਵਿੱਚ ਕੀ ਹੈ, ਬੇਸਿਕਲੀ ਜਿਹੜੀ ਇਹਦੀ ਕੋਰ ਹੈ ਉਹ ਵਾਈਂਡਿੰਗ ਨੂੰ ਇਨਸਰਕਲ ਕਰਕੇ ਰੱਖਦੀ ਹੈ। ਜਿਹੜੀ ਵਾਈਂਡਿੰਗ ਐਂ ਕਹਿ ਲਓ ਵੀ ਉਹਦੇ ਆਲੇ ਦੁਆਲੇ ਸਾਰੀ ਕੋਰ ਹੁੰਦੀ ਹੈ। ਠੀਕ ਹੈ, ਉਸ ਦੇ ਵਿੱਚ ਉਲਟਾ ਸੀਗਾ, ਉਸ ਦੇ ਵਿੱਚ ਕੋਰ ਦੇ ਆਲੇ ਦੁਆਲੇ ਸਾਰੀ ਵਾਈਂਡਿੰਗ ਸੀਗੀ, ਹੈ ਨਾ, ਕੋਰ ਦੇ ਆਲੇ ਦੁਆਲੇ ਵਾਈਂਡਿੰਗ ਸੀਗੀ। ਤਾਂ ਦਿਸ ਇਜ਼ ਨੋਨ ਐਜ਼ ਅ ਸ਼ੈਲ ਟਾਈਪ ਟਰਾਂਸਫਾਰਮਰ। ਇਹਦੇ ਮਤਲਬ ਇੱਕ ਤਰ੍ਹਾਂ ਦਾ ਵਾਈਂਡਿੰਗ ਦੇ ਉੱਪਰ ਇੱਕ ਸ਼ੈਲ ਬਣਿਆ ਹੁੰਦਾ ਹੈ। ਠੀਕ ਹੈ, ਦੈਟ ਇਜ਼ ਵਾਈ ਇਟ ਇਜ਼ ਨੋਨ ਐਜ਼ ਦ ਸ਼ੈਲ ਟਰਾਂਸਫਾਰਮਰ। ਓਕੇ, ਇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਵਾਈਂਡਿੰਗ ਪਹਿਲਾਂ ਮੰਨ ਲਓ ਦਿਸ ਇਜ਼ ਟਰਾਂਸਫਾਰਮਰ, ਹੈ ਨਾ, ਸ਼ੈਲ ਟਾਈਪ ਟਰਾਂਸਫਾਰਮਰ ਹੈ, ਇਹਦੇ ਉੱਪਰ ਪਹਿਲਾਂ ਇੱਕ ਵਾਈਂਡਿੰਗ ਵਾਊਂਡ ਕਰਤੀ, ਫਿਰ ਇਸ ਦੇ ਉੱਪਰ ਦੂਜੀ ਵਾਈਂਡਿੰਗ ਵਾਊਂਡ ਕਰਤੀ। ਓਕੇ, ਤਾਂ ਦਿਸ ਇਜ਼ ਨੋਨ ਐਜ਼ ਦ ਸ਼ੈਲ ਟਾਈਪ ਟਰਾਂਸਫਾਰਮਰ। ਓਕੇ, ਜਿਹੜਾ ਆਪਣੇ ਸਾਰਾ ਛੋਟੇ ਅਪਲਾਈਐਂਸਿਸ ਵਾਸਤੇ ਟਰਾਂਸਫਾਰਮਰ ਆਉਂਦੇ ਨੇ, ਜਿਹੜੇ ਰੈਡੀ ਟੂ ਯੂਜ਼ ਹੁੰਦੇ ਆ, ਯੂਜ਼ ਐਂਡ ਥਰੋ ਹੁੰਦੇ ਨੇ, ਉਹ ਸਾਰੇ ਸ਼ੈਲ ਟਾਈਪ ਟਰਾਂਸਫਾਰਮਰ ਹੁੰਦੇ ਨੇ, ਕਿਉਂਕਿ ਇਹ ਕੰਸਟਰਕਸ਼ਨ ਦੇ ਵਿੱਚ ਥੋੜ੍ਹੇ ਜਿਹੇ ਈਜ਼ੀ ਹੁੰਦੇ ਨੇ। ਇੱਥੇ ਵਾਊਂਡ ਕੀਤਾ, ਦੂਜੇ ਵਾਊਂਡ ਕੀਤਾ, ਦੈਟਸ ਇਟ, ਹੈ ਨਾ। ਜਿਹੜੇ ਆਪਣੇ ਪਹਿਲਾਂ ਟੇਪ ਰਿਕਾਰਡਰਸ ਵਗੈਰਾ ਆਉਂਦੇ ਸੀਗੇ, ਜਾਂ ਫਿਰ ਹੁਣ ਵੀ ਕਹਿ ਲਓ ਕਿ ਅਡਾਪਟਰਸ ਜਿਹੜੇ ਛੋਟੇ ਆਉਂਦੇ ਨੇ, ਜਾਂ 9 ਵੋਲਟ ਦਾ ਜਿਹੜਾ ਤੁਸੀਂ ਟਰਾਂਸਫਾਰਮਰ ਬਾਜ਼ਾਰ 'ਚੋਂ ਲੈ ਕੇ ਆਉਂਦੇ 100 ਰੁਪਏ ਦਾ ਜਿਹੜਾ ਆਉਂਦਾ ਹੈਗਾ, ਉਹ ਸਾਰਾ ਸ਼ੈਲ ਟਾਈਪ ਟਰਾਂਸਫਾਰਮਰ ਹੁੰਦਾ। ਓਕੇ, ਓਕੇ, ਇਹ ਕੁਛ ਇਸ ਤਰ੍ਹਾਂ ਦੀ ਇਹਦੀ ਸਟੈਂਪਿੰਗਸ ਹੁੰਦੀਆਂ ਹੈਗੀਆਂ, ਇਹਨੂੰ ਸਟੈਂਪਿੰਗ ਕਹਿੰਦੇ ਨੇ, ਲੈਮੀਨੇਸ਼ਨ ਹੈ ਨਾ, ਕੋਰ ਕਹਿ ਦਿੰਦੇ ਨੇ। ਇਹ ਛੋਟੀ ਛੋਟੀ ਪੱਤਿਆਂ ਦੀ ਬਣੀ ਹੁੰਦੀ ਹੈ, ਛੋਟੀ ਛੋਟੀ ਬਰੀਕ ਆਇਰਨ ਦੀਆਂ ਉਹ ਹੁੰਦੀਆਂ ਸਟ੍ਰਿਪਸ ਹੁੰਦੀਆਂ, ਉਹਨਾਂ ਦੀ ਬਣਾਈ ਹੁੰਦੀ ਹੈ। ਮੰਨ ਲਓ ਇੱਕ ਈ ਟਾਈਪ ਇਸ ਤਰ੍ਹਾਂ ਹੈਗੀ ਅਤੇ ਦੂਸਰੀ ਈ ਟਾਈਪ ਇਸ ਦੇ ਉੱਪਰ ਆਏ ਬਾਉਂਡ ਕਰ ਦਾਂਗੇ, ਤਾਂ ਇਹ ਪੂਰੇ ਇੱਕ ਕਲੋਜ਼ ਸਰਕਲ ਬਣ ਜਾਏਗਾ ਨਾ। ਓਕੇ, ਤਾਂ ਇੱਕ ਈ ਟਾਈਪ ਆਏ ਆ ਜਾਏਗੀ, ਮਤਲਬ ਉਲਟਾ ਆ ਜਾਂਦਾ ਤਾਂ ਕਿ ਇਹ ਲੌਕ ਹੋ ਜਾਣ ਆਪਸ 'ਚ। ਠੀਕ ਹੈ, ਸਿਮਿਲਰਲੀ ਜੇ ਆਪਾਂ ਕੋਰ ਟਾਈਪ ਟਰਾਂਸਫਾਰਮਰ ਬਣਾਉਂਦੇ ਤਾਂ ਇੱਕ ਐਲ ਸ਼ੇਪ ਆਏ ਲੈ ਲੈਂਦੇ, ਇੱਕ ਐਲ ਸ਼ੇਪ ਆਏ ਲੈ ਲੈਂਦੇ,
ਇੱਕ ਦੂਜੇ ਦੇ ਉੱਪਰ ਇਹਦੀ ਓਵਰਲੈਪਿੰਗ ਕਰੀ ਜਾਂਦੇ ਆ ਤੇ ਆਪਣਾ ਟਰਾਂਸਫਾਰਮਰ ਜਿਹੜਾ ਇੱਕ ਐਲ ਟਾਈਪ ਤਿਆਰ ਹੋ ਜਾਂਦਾ। ਓਕੇ, ਹੁਣ ਸਟ੍ਰਿਪਸ ਕਿਉਂ ਬਣਾਉਂਦੇ ਸਾਰਿਆਂ ਨੂੰ ਪਤਾ ਆਪਾਂ ਫੋਰ ਦ ਐਡੀ ਕਰੰਟ ਲੌਸਿਸ। ਓਕੇ, ਐਡੀ ਕਰੰਟਸ ਜਿਹੜੇ ਪ੍ਰੋਡਿਊਸ ਹੁੰਦੇ ਆ ਉਹਨਾਂ ਨੂੰ ਲੌਂਗੈਸਟ ਪਾਥ ਦੇਣ ਲਈ, ਉਹਨਾਂ ਨੂੰ ਰੈਜ਼ਿਸਟੈਂਸ ਦੀ ਵੈਲਿਊ ਜ਼ਿਆਦਾ ਦੇਣ ਲਈ ਵੀ ਮੇਕ ਦ ਹੈ ਨਾ ਥਿਕ ਸਮੋਲ ਜਿਹੜੀਆਂ ਹੁੰਦੀਆਂ ਹੈਗੀਆਂ ਇਨ ਥਿਕਨੈਸ, ਹੈ ਨਾ, ਆਪਾਂ ਜਿਹੜੀਆਂ ਸ਼ੀਟਸ ਉਹ ਤਿਆਰ ਕਰਦੇ ਹਾਂ, ਉਹ ਸ਼ੀਟਸ ਜਿਹੜੀਆਂ ਆਪਾਂ ਤਿਆਰ ਕਰਦੇ ਹਾਂ ਸੋ ਦੈਟ ਕਿ ਰੈਜ਼ਿਸਟੈਂਸ ਜਿਹੜਾ ਹੈਗਾ ਉਹਨੂੰ ਵੱਧ ਜੇ ਅਤੇ ਐਡੀ ਕਰੰਟ ਜਿਹੜਾ ਲੋਸ ਹੈ ਆਪਣਾ ਉਹ ਰਿਡਿਊਸ ਹੋ ਜਾਏ। ਓਕੇ, ਵੀ ਗਿਵ ਦ ਮੈਕਸਿਮਮ ਪਾਥ ਟੂ ਦੈਮ। ਓਕੇ, ਠੀਕ ਹੈ ਜੀ। ਓਕੇ, ਸਿਮਿਲਰਲੀ ਇਨ ਦ ਦਿਸ ਇਜ਼ ਏ ਸ਼ੈਲ ਟਾਈਪ ਟਰਾਂਸਫਾਰਮਰ, ਇੱਥੇ ਆਪਣੀ ਵਾਈਂਡਿੰਗ ਆ ਜਾਏਗੀ ਤਾਂ ਇਹ ਜਿਹੜਾ ਲਿੰਬ ਆ ਗਿਆ ਹੈ ਨਾ, ਇਸ ਨੂੰ ਕਿਵੇਂ ਇਨਸਰਕਲ ਕਰਨਾ ਉਹ ਇਸ ਤਰ੍ਹਾਂ ਦਾ ਪਾਥ ਫੋਲੋ ਕੀਤਾ ਜਾਂਦਾ। ਪਹਿਲਾਂ ਇਸ ਤਰ੍ਹਾਂ ਦੀ ਜੁਆਇਨਿੰਗ ਆ ਗਈ, ਫਿਰ ਇਸ ਤੋਂ ਉੱਪਰ ਰਿਵਰਸ ਵੇਲੇ ਦੇ ਉੱਪਰ ਓਵਰਲੈਪ ਕਰ ਦੇਣੀ ਇਸ ਤਰ੍ਹਾਂ ਦੀ ਅਰੇਂਜਮੈਂਟ। ਓਕੇ, ਸੋ we will get the overall winding like this। okay, ठीक है जी, क्लियर है। ओके, लैमिनेशन ये इस तरह वही सेम ही हैगा भी इस तरह एल टाइप है, पहले इधर जोड़ता फिर इस वाली इधर जोड़ता, जस्ट फॉर सिंपलिसिटी दिखाया होगा। ठीक है, इन्होंने ਜਿਹੜੇ ਕਹਿੰਦੇ ਉਹ ਬਟ ਜੁਆਇੰਟਸ ਕਹਿੰਦੇ ਨੇ। ਓਕੇ, ਜਿਹੜੇ ਇੱਥੇ ਥੋੜਾ ਜਿਹਾ ਗੈਪ ਰਹਿ ਜਾਂਦਾ, ਦਿਸ ਇਜ਼ ਬਟ ਜੁਆਇੰਟ। ਓਕੇ, ਇਹ ਵੈਸੇ ਆਪਾਂ ਨੂੰ ਫਾਇਦਾ ਹੀ ਕਰਦੇ ਨੇ, ਬੇਸਿਕਲੀ ਇਹ ਸੈਚੂਰੇਟ ਨਹੀਂ ਹੋਣ ਦਿੰਦੇ ਕੋਇਲ ਨੂੰ। ਓਕੇ, ਫਲਕਸ ਹੈ ਨਾ ਜਿਹੜਾ ਇਸ 'ਚੋਂ ਪਾਸ ਕਰਦਾ ਉਹ ਥੋੜਾ ਜਿਹਾ ਵੈਲਿਊ ਵੱਧ ਜਾਂਦੀ ਹੈ, ਕਰੰਟ ਰੇਟਿੰਗ ਵੀ ਵੱਧ ਜਾਂਦੀ ਹੈ ਇਸ ਨਾਲ। ਓਕੇ, ਬਿਕੋਜ਼ ਇੱਥੇ ਥੋੜਾ ਜਿਹਾ 에ਅਰ ਗੈਪ ਹੁੰਦਾ, ਸੋ ਦ ਰਿਲੈਕਟੈਂਸ ਇਜ਼ ਬਿਟ ਇਨਕਰੀਜ਼ਡ ਬਟ basically they are reducing the saturation of this iron core from the flux, okay, because there is a little bit air gap। okay, okay, the core type transformers has good mechanical strength। ਜਿਹੜਾ core type transformer ਹੁੰਦਾ ਹੈ ਉਹਦੀ ਥੋੜੀ mechanical strength better ਹੁੰਦੀ ਹੈ as compared to shell type transformer, ਕਿਉਂਕਿ ਇੱਕ coil ਇੱਧਰ ਇੱਕ coil ਇੱਧਰ ਥੋੜਾ stable ਹੁੰਦਾ ਹੈ। ਠੀਕ ਹੈ ਨਾ, ਉਸਦੇ ਵਿੱਚ ਕੀ ਹੈ ਕਿ weight ਇੱਕ ਜਗ੍ਹਾ 'ਤੇ ਪਿਆ ਹੁੰਦਾ ਸਾਰਾ, ਹੈ ਨਾ, ਅਤੇ ਸਾਰਾ ਇੱਕ ਜਗ੍ਹਾ 'ਤੇ weight ਪਿਆ ਹੁੰਦਾ। ਦਿਸ ਇਜ਼ ਨੋਟ ਕੰਸੀਡਰ ਐਜ਼ ਇਨ ਗੁੱਡ ਮਕੈਨੀਕਲ ਸਟਰੈਂਥ। ਠੀਕ ਹੈ, ਦੂਸਰੀ ਗੱਲ ਜਿਹੜਾ ਸਭ ਤੋਂ ਵਧੀਆ ਫਾਇਦਾ ਹੈਗਾ ਇਹਦਾ ਕੋਰ ਟਾਈਪ ਦਾ ਉਹ ਇਹ ਹੈ ਕਿ ਇਹਦੀ ਰਿਪੇਅਰ ਥੋੜ੍ਹੀ ਜਿਹੀ ਈਜ਼ੀ ਹੈ ਨਾ, ਇਸ ਕਰਕੇ ਜਿਹੜੇ ਵੱਡੇ ਟਰਾਂਸਫਾਰਮਰ ਨੇ ਉਹ ਸਾਰੇ ਕੋਰ ਟਾਈਪ ਟਰਾਂਸਫਾਰਮਰ ਦੇ ਬਣਾਏ ਜਾਂਦੇ ਨੇ ਤਾਂ ਕਿ ਇਹਦੀ ਵਾਈਂਡਿੰਗ ਨੂੰ ਖੋਲ੍ਹ ਕੇ ਇਹਨੂੰ ਈਜ਼ੀਲੀ ਰਿਪੇਅਰ ਕੀਤਾ ਜਾ ਸਕੇ। ਓਕੇ, ਜਿਹੜਾ ਸ਼ੈਲ ਟਾਈਪ ਟਰਾਂਸਫਾਰਮਰ ਪਹਿਲਾਂ ਉਸਦੇ ਉੱਪਰ ਇੱਕ ਵਾਈਂਡਿੰਗ ਪਾਈ ਹੁੰਦੀ ਹੈ, ਫਿਰ ਦੂਸਰੀ ਉੱਪਰ ਸੈਕੰਡਰੀ ਵਾਈਂਡਿੰਗ ਹੈ, ਪ੍ਰਾਇਮਰੀ ਵਾਈਂਡਿੰਗ ਜਿਹੜੀ ਵੀ ਹੈਗੀ ਹੈ ਉਹ ਪਾਈ ਹੁੰਦੀ ਹੈ ਅਕੋਰਡਿੰਗ ਟੂ ਦ ਰੇਟਿੰਗ। ਓਕੇ, ਯੂਜ਼ਲੀ ਕੀ ਅਪਰੋਚ ਹੁੰਦੀ ਹੈਗੀ, ਕੋਈ ਮੰਨ ਲਓ ਚਾਹੇ ਕੋਰ ਟਾਈਪ ਹੈ ਸ਼ੈਲ ਟਾਈਪ ਹੈ, ਜੇ ਇੱਕ ਵਾਈਂਡਿੰਗ ਦੇ ਉੱਪਰ ਦੂਸਰੀ ਵਾਈਂਡਿੰਗ ਆਊਗੀ ਤਾਂ ਉਸਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਲੋ ਵੋਲਟੇਜ ਦੀ ਵਾਈਂਡਿੰਗ ਹੈ ਉਹ ਪਹਿਲਾਂ ਆਏਗੀ। ठीक है, फिर उसके ऊपर हाई वोल्टेज की वाइंडिंग आएगी, पहला लो वोल्टेज वाइंडिंग आएगी फिर हाई वोल्टेज वाइंडिंग उसके ऊपर आएगी। ओके, रीजन की है क्योंकि लो वोल्टेज की वाइंडिंग की जी इंसुलेशन है वो घट एरिया लेंदी है तो वो इंसुलेशन जी हैगी वो चाहिए भी घट होती है। हाई वोल्टेज में इंसुलेशन ज़्यादा चाहिए होंगी है तो वो ऑयल के कंटैक्ट भी ज़्यादा आती है तो वो कूल भी जल्दी होंगी है। ओके, सो दीज आर द रीजन why the high voltage winding is over the low voltage winding। पहला लो वोल्टेज की वाइंडिंग आएगी फिर उसके ऊपर हाई वोल्टेज की वाइंडिंग। ओके, ठीक है जी, क्लियर है। इस चो क्वेश्चन यूजली पूछ लेंगे होंगे, कई बार आ जाता भी लो वोल्टेज वाइंडिंग क्यों है या क्या पार्ट्स ने कंस्ट्रक्शन चो कोई आ जाता। ਹੁਣ ਜਿਹੜੀ कॉपर ਜਿਹੜਾ ਹੁੰਦਾ ਹੈਗਾ ਵਾਈਂਡਿੰਗ ਦਾ ਉਹਦੇ ਉੱਪਰ ਯੂਜ਼ਲੀ ਪੇਪਰ ਲਪੇਟਿਆ ਹੁੰਦਾ, ਉਹਨਾਂ ਨੇ ਪੇਪਰ ਵਾਈਂਡਿੰਗ ਕੀਤੀ ਹੁੰਦੀ ਹੈਗੀ। ਜਿਹੜੇ अपनी डिस्ट्रीब्यूशन के ट्रांसफार्मर ने अराउंड है ना 10 के ट्रांसफार्मर हो गए, 50 के वी ट्रांसफार्मर हो गए, उन्होंने सारे तो यूजली पेपर इंसुलेशन की होंगी। ओके, की होंगे बरीक जहा कॉपर होंगे वो उपर पेपर चढ़ाया होंगे पूरा। ओके, देखा किसी ने बनते ट्रांसफार्मर्स। Okay, now this is the broad difference between core type transformer and the shell type transformer। The core has only one window। ਜਿਹੜਾ core type transformer है उस 'ਚ सिर्फ एक विंडो होंगी। किमें
कि एक इत्थे वाइंडिंग हुई, एक इत्थे वाइंडिंग, तो ये विंडो जी बन होगी। जो शैल टाइप ट्रांसफॉर्मर है वो इस तरह होंगे, इस एक विंडो आ होगी, एक विंडो आ होगी, दे हैव द टू विंडोज। ठीक है, वाइंडिंग इन सर्कल द कोर, इस जी कोर के उपर वाइंडिंग लपेटी होंगी है। ठीक है, इस उल्टा है, इस वाइंडिंग के उपर जी कोर जी है वो चढ़ी हुई है सारी। ओके, सिलेंड्रिकल वाइंडिंग्स आर यूज्ड। ठीक है, इस सिलेंड्रिकल वाइंडिंग होंगी, एक इधर आ गई, एक इधर आ गई। इस सैंडविच टाइप वाइंडिंग्स होंगी, पहला उस एक वाइंडिंग लगाती, फिर उसके ऊपर दूसरी लगाती, तो वन वाइंडिंग इन सैंडविच बिटवीन दिस, है ना, तो उसके ऊपर सेकंड वाइंडिंग। ओके, दिस कोर टाइप ट्रांसफॉर्मर अगेन इजी टू रिपेयर, इट इज़ नॉट इजी टू रिपेयर दिस शैल टाइप ट्रांसफॉर्मर, क्योंकि इस वाइंडिंग को ओपन करना ही बड़ा टीडियस टास्क है ना। मान लो क्यों इतने इसके उपर चढ़ी हुई है वाइंडिंग, तुम इन्हें एक एक करके धागा खोलना पऊगा एक तरह का, है ना, पूरी रील उधड़ती भी नहीं छेती, तो इट इज़ टफ टू, है ना, रिपेयर दिस। इसकी जी कूलिंग ऑफ बैटर है, सिंस मोर सरफेस इज एक्सपोज टू द एटमोसफेयर, दो वाइंडिंग अलग अलग ने, तो दोनों की कूलिंग थोड़ी सौखी है ना, इस कूलिंग इज नॉट वेरी इफेक्टिव, सो दैट्स वाई द शेल ट्रांसफॉर्मर, है ना, इज यूज फॉर द लो वोल्टेज या लो पावर रेटिंग ट्रांसफॉर्मर शैल टाइप ट्रांसफॉर्मर इज यूज। ओके, इस करके जोड़े अपने यूजली छोटे अपलाइंसिस होंगे ने उन्होंने शैल टाइप ट्रांसफॉर्मर इज यूज। ओके, अडाप्टर्स वगैरह सारे ही यूज करते हैं। Okay. Shell type transformer are used for a low voltage application and very often used in low voltage power circuit as well as in electronic circuit. These transformers are also used to optimize the expenditure of the circuit, since these transformers have square or rectangular cross section area which is costless. Okay, थोड़ा जा एरिया जोड़ा है वो घट घेरते हैं, इस करके कोस्ट जी घट जाती है, क्योंकि कोर जी बाउंडिंग के उपर ज़्यादा की होंगी। मैगनैटिक फ्लक्स लिंकेज जोड़ा है, मैगनैटिक फ्लक्स लिंकेज है जोड़ा वो शैल टाइप ट्रांसफॉर्मर से ज़्यादा होंगे। ओके, जी ये अपनी बेसिकली कोयल हैगी कॉपर की जी वैल्यू है थोड़ी जी घट लगती है एज कंपेयर टू द कोर टाइप ट्रांसफॉर्मर। ओके, दिस इज द रीजन। ओके, now let's come to the cooling part। ਹੁਣ ਇਹ ਇਹਦੀਆਂ ਕੂਲਿੰਗ ਰੇਡੀਏਸ਼ਨ ਫਿਨ ਸੀਗੀਆਂ। ਓਕੇ, ਇਹ ਕੰਮ ਕੀ ਕਰਦੀਆਂ, ਇਹ ਆਇਲ ਨੂੰ ਠੰਡਾ ਕਰਨ ਦੇ ਕੰਮ ਕਰਦੀਆਂ, ਜਾਂ ਕਹਿ ਲਓ ਵੀ ਆਪਣੀ ਕੋਇਲ ਨੂੰ ਜ਼ਿਆਦਾ ਗਰਮ ਹੋਣ ਨਹੀਂ ਦਿੰਦੀਆਂ। ਓਕੇ, ਇਸ ਦੇ ਲਈ ਇਹ ਆਇਲ ਜਿਹੜਾ ਯੂਜ਼ ਕੀਤਾ ਜਾਂਦਾ। ਓਕੇ, ਤਾਂ ਹੁਣ ਜਿਹੜਾ ਇਹ ਆਇਲ ਹੈ ਇਹ ਜਿੰਨਾ ਜਲਦੀ ਠੰਡਾ ਹੋਊਗਾ ਉਸ ਦੇ ਅਕੋਰਡਿੰਗ ਆਪਣੀ ਜਿਹੜੀ ਹੈ ਟਰਾਂਸਫਾਰਮਰ ਦੀ ਰੇਟਿੰਗ ਵੀ ਚੇਂਜ ਹੋ ਜਾਂਦੀ ਹੈ। ਓਕੇ, ਜਿਵੇਂ ਮੰਨ ਲਓ सिस्टम के 18 12.5 MVA का ट्रांसफॉर्मर है, तो उसकी रेटिंग दो रेटिंग दी, 10/12 MVA, 10 MVA तो 12.5 MVA। 10 MVA मतलब कि यह नॉर्मल कंडीशन है, 12.5 MVA जो इस आप कूलिंग अरेंजमेंट एट मैक्सीमम लै लए। हम मैक्सीमम का की मतलब है, इस कूलिंग अरेंजमेंट से डिपेंड करता है भी कितनी जल्दी ठंडा होंगे, तो वो आप इस सिस्टम लाया होंगे। एक तो बेसिक थिंग ये है भी को मान लो ये कोयल जी हीटअप होगी, हीटअप होगी तो जोड़ा ऑयल है वो अपने आप एक्सपैंड कर लग गया, तो इन्होंने जी फ्लो फ्लू जा करके है ना ठंडा होने लग गया। यदा मतलब की है कि जोड़ा आप ऑयल का फ्लो है उस पर भी आप कोई कंट्रोलिंग मैकेनिज़म नहीं लाया, तो इस रेਡੀਏਟਰ ਨੂੰ ठंडा होने वास्ते भी कोई आप मैकेनिज़म नहीं लाया, तो उसनों कहते हैं ऑयल नैचुरल एयर नैचुरल, है ना, ऑयल भी जो नैचुरली कूल हो रहा है तो एयर भी जो नैचुरल कूल हो रहा है, तो उदों ये जी रेटिंग होगी ना 10 MVA होगी बस, इस तो उपर यह पावर जो ट्रांसमिट नहीं कर पाऊगा। ओके, जे मान लो हूँ मैं उत्थे की करता, मान लो मैं ये साइड से पखे ला दिता, फैन लगा दिता इन ठंडा होने वास्ते, तो जोड़ा ये अपना ऑयल है जल्दी ठंडा होने लग जाता, तो थोड़ी जी अपनी एक्सटिंग्विशिंग पावर जी हैगी है ना वो बढ़ गई। ठीक है ना, लॉसिस जो थोड़े घट जाएंगे, तो उस जी रेटिंग है थोड़ी बढ़ जाऊगी। ठीक है ना, तो जे मैं नाल ये ऑयल भी स्टार्ट कर दूँगा कि वह भी प्रैशराइज होना शुरू हो जाए, वो भी जल्दी जल्दी इस जी पास करना चले जाए, तो होर हीट जी है रेਡੀਏਟ होगी इस चो। ठीक है, तो यह जो ऑयल है जो होर ठंडा होगा, तो कोयल की जी है ना एफिशिएंसी आप थोड़ी जी ट्रांसफॉर्मर की एफिशिएंसी आप होर वधावांगे। ओके, तो दैट वुड बी द मैक्सीमम वैल्यू जो आप ऑयल भी फोर्स करवा रहे हैं कि वह हिस्ट्री पास करे, तो इतने आप ये कूलिंग अरेंजमेंट भी लाया हुआ है, हवा भी आप पखिया नाल पास कर रहे हैं। ओके, तो दिस इज नोन एज द ऑयल नैचुरल ऑयल फोर्सड एंड एयर फोर्सड
ਕੂਲਿੰਗ ਸਿਸਟਮ। ਇਸ ਦੇ ਵਿੱਚ ਮੈਕਸਿਮਮ ਰੇਟਿੰਗ ਚਲੀ ਜਾਊਗੀ, ਦੈਟ ਇਜ਼ 12.5 MV, ਦੈਟ ਇਜ਼ ਦ ਡਿਜ਼ਾਈਨਡ ਰੇਟਿੰਗ ਫॉर द ਮੈਕਸਿਮਮ ਰੇਟਿੰਗ ਆਫ ਦਿਸ ਟਰਾਂਸਫਾਰਮਰ। ਓਕੇ, ਜਦੋਂ ਲੋਡ ਵੱਧ ਜਾਂਦਾ ਮੰਨ ਲਓ ਤਾਂ ਉਦੋਂ ਫਿਰ ਫੈਨ ਵੀ ਚਲਾ ਦਿੰਦੇ ਆ ਤੇ ਪੰਪ ਵੀ ਇੱਥੇ ਲੱਗਿਆ ਹੁੰਦਾ ਉਹ ਚਲਾ ਦਿੰਦੇ ਆ। ਓਕੇ, ਠੀਕ ਹੈ ਜੀ। ਹੁਣ ਮੰਨ ਲਓ ਆਇਲ ਸੈਲਫ ਕੂਲਡ ਹੋ ਰਿਹਾ ਜਾਂ ਆਇਲ ਨੈਚੁਰਲ ਤੇ 에ਅਰ ਵੀ ਨੈਚੁਰਲ ਹੈ ਤਾਂ ਆਇਲ ਨੈਚੁਰਲ, 에ਅਰ ਨੈਚੁਰਲ। ਜੇ ਹੈ ਨਾ ਆਇਲ ਫੋਰਸਡ ਹੈ ਤੇ ਪੱਖੇ ਨਹੀਂ ਚਲਾਏ ਤਾਂ ਆਇਲ ਫੋਰਸਡ, 에ਅਰ ਨੈਚੁਰਲ। ਠੀਕ ਹੈ, ਜੇ ਆਇਲ ਵਾਸਤੇ ਆਪਾਂ ਪੰਪ ਨਹੀਂ ਚਲਾਇਆ ਪਰ ਪੱਖੇ ਆਪਾਂ ਚਲਾਏ ਹੋਏ ਨੇ ਦੈਨ ਆਇਲ ਨੈਚੁਰਲ, 에ਅਰ ਫੋਰਸਡ। ਤਾਂ ਇਹ ਮਤਲਬ ਪ੍ਰੈਕਟੀਕਲਸ ਨੇ, ਉੱਥੇ ਲਿਖੀਆਂ ਵੀ ਹੁੰਦੀਆਂ ਟਰਾਂਸਫਾਰਮਰ ਜਿਹੜੀ ਨੇਮ ਪਲੇਟ ਹੁੰਦੀ ਹੈ ਉਸ 'ਤੇ ਮੈਂਸ਼ਨ ਵੀ ਹੁੰਦਾ ਇਹੀ ਸੇਮ ਚੀਜ਼ ਮੈਂਸ਼ਨ ਹੁੰਦੀ ਹੈ, ਉੱਥੇ ਬਸ ਲਿਖਿਆ ਹੁੰਦਾ OFAN ਇਸ ਤਰ੍ਹਾਂ ਲਿਖਿਆ ਹੋਊਗਾ ਤੇ ਉਸ ਦੇ ਅਕਰੋਸ ਜਿਹੜੀ ਹੈ ਰੇਟਿੰਗ ਦੱਸੀ ਹੋਊਗੀ ਵੀ ਕਿੰਨੀ ਹੋਊਗੀ। ਠੀਕ ਹੈ ਨਾ, ਜੇ ਦੋਨੋਂ ਚੀਜ਼ਾਂ ਚੱਲਦੀਆਂ ਹੋਣਗੀਆਂ ਵੀ 12 MVA ਹੈ ਕਿੰਨਾ ਹੋਏਗਾ ਵਟਐਵਰ, ਹੈ ਨਾ, ਉਸ ਦੇ ਅਕੋਰਡਿੰਗ ਇਹਦੀ ਜਿਹੜੀ ਹੈ MVA ਰੇਟਿੰਗ ਉਹ ਚੇਂਜ ਹੁੰਦੀ ਹੈ। ਓਕੇ, ਤਾਂ ਦੀਜ਼ ਆਰ ਦ ਕੂਲਿੰਗ ਅਰੇਂਜਮੈਂਟਸ, ਕੋਈ ਹਾਰਡ ਐਂਡ ਫਾਸਟ ਉਵੇਂ ਨਹੀਂ ਹੈਗਾ ਵੀ ਤੁਸੀਂ ਯਾਦ ਹੀ ਕਰਨੀ ਹੈ, ਇਟ ਇਜ਼ ਜਸਟ ਫॉर ਦ ਰੈਫਰੈਂਸ, ਹੈ ਨਾ, ਕਈ ਵਾਰ ਕਿ ਹੈ ਨਾ ਨਹੀਂ ਪਤਾ ਹੁੰਦਾ ਤੇ ਉੱਥੇ ਪੇਪਰ 'ਚ ਪਈ ਹੁੰਦੀ ਚੀਜ਼। ਓਕੇ, ਠੀਕ ਹੈ ਜੀ। Okay. Now, the power transmission system using transformers is shown in figure. When the transformer changes the voltage level, it changes the current level also. ਹੁਣ ਕੀ ਹੈਗਾ ਕਿ ਇੱਕ ਆਹ ਜਨਰੇਟਰ ਹੈ, ਜਨਰੇਟਿੰਗ ਸਟੇਸ਼ਨ ਹੈ, ਇੱਥੇ ਪਾਵਰ ਜਨਰੇਟ ਹੋਈ ਹੈ ਨਾ, ਇਹ ਜਸਟ ਐਗਜ਼ਾਮਪਲ ਹੈਗੀ, ਇਸ ਨੂੰ ਫੋਲੋ ਅਪ ਨਾ ਕਰੋ ਤਾਂ ਬੈਟਰ ਹੈ। ਮੈਂ ਮੰਨ ਲਓ 11.5 kV ਤੇ ਪਾਵਰ ਜਨਰੇਟ ਹੋਈ ਤਾਂ ਇਸ ਨੂੰ ਆਪਾਂ ਕੀ ਕੀਤਾ, ਇਸ ਨੂੰ 66 kV ਤੇ ਆਪਾਂ ਸਟੈਪ ਅਪ ਕਰ ਲਿਆ, 66 kV ਦੇ ਸਟੈਪ ਅਪ ਕਰਕੇ ਇਸ ਨੂੰ ਪਾਵਰ ਨੂੰ ਟਰਾਂਸਮਿਟ ਕੀਤਾ ਤਾਂ ਆਪਾਂ ਇੱਥੇ 66 ਤੋਂ 11 ਦਾ ਟਰਾਂਸਫਾਰਮਰ ਲਗਾਤਾ। ਠੀਕ ਹੈ ਨਾ, ਜਾਂ ਫਿਰ ਐਂ ਕਹਿ ਲਓ 66 ਨਾ ਅਸੀਂ 220 ਕਰ ਦਿਓ ਸਿੱਧਾ, 220 kV ਆਪਾਂ ਸਟੈਪ ਅਪ ਕੀਤੀ ਤੇ ਆਪਾਂ ਇੱਥੇ ਜਿਹੜਾ 220 ਤੋਂ 66 ਦਾ ਸਟੈਪ ਡਾਊਨ ਟਰਾਂਸਫਾਰਮਰ ਲਗਾਤਾ। ਠੀਕ ਹੈ ਨਾ, ਇੱਥੇ ਹੁਣ ਡਿਸਟ੍ਰੀਬਿਊਸ਼ਨ ਸਿਸਟਮ 'ਚ ਆ ਗਈ ਤਾਂ 66/11 ਦੇ ਜਿਹੜਾ ਹੈਗਾ ਆਪਾਂ ਅੱਗੇ ਇਹਨੂੰ ਫੀਡਰਸ ਜਿਹੜੇ ਨੇ ਡਿਸਟ੍ਰੀਬਿਊਟਰਾਂ ਨੂੰ ਚੱਲੀ ਗਏ ਤਾਂ ਆਪਣੇ ਜਿਹੜੇ ਇੱਥੇ ਘਰਾਂ ਦੇ ਬਾਹਰ ਟਰਾਂਸਫਾਰਮਰ ਲੱਗੇ ਹੁੰਦੇ ਉਹ 11 ਤੋਂ ਸਿੱਧਾ ਆਪਣੇ ਕੋਲ ਕਈ ਵਾਰ 220 ਵੀ ਕਰ ਦਿੰਦੇ ਆ ਜਾਂ ਫਿਰ 11 ਤੋਂ 400 ਵਾਲੀ ਲਾਈਨਾਂ ਵੀ ਹੁੰਦੀਆਂ। ਓਕੇ, ਫਿਰ 400 ਨੂੰ ਅਲੱਗ ਤੋਂ ਫਿਰ 220 ਤੇ ਸਟੈਪ ਡਾਊਨ ਕਰ ਦਿਓ। ਠੀਕ ਹੈ ਜੀ, ਤਾਂ ਦਿਸ ਇਜ਼ ਹਾਊ ਦਿਸ ਟਰਾਂਸਫਾਰਮਰ ਕੇਮ ਇਨ ਪਿਕਚਰ। ਜੇ ਟਰਾਂਸਫਾਰਮਰ ਇਸ ਸਿਸਟਮ 'ਚ ਨਾ ਹੋਵੇ ਤਾਂ ਮੰਨ ਲਓ 11.5 kV ਦੀ ਵੋਲਟੇਜ ਹੈ ਤਾਂ 11 ਦੀ ਤੁਸੀਂ ਪਾਵਰ ਟਰਾਂਸਮਿਟ ਕਰੋਗੇ 40 ਕਿਲੋਮੀਟਰ, ਤੁਹਾਡੇ ਲਾਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਆ ਜਾਣਗੇ। ਅਰਾਊਂਡ ਤੁਸੀਂ ਐਂ ਕਹਿ ਲਓ ਵੀ ਜੇ ਇੱਥੇ 40 MVA ਪ੍ਰੋਡਿਊਸ ਹੋ ਰਿਹਾ ਸੀ ਤੁਹਾਨੂੰ ਉੱਥੇ ਰਸਤੇ 'ਚ ਜਾ ਕੇ ਤਾਂ 35 ਮਿਲੂਗਾ, ਤਾਂ 5 MVA ਵੁੱਡ ਬੀ ਲੋਸਡ, ਹੈ ਨਾ, ਜਸਟ ਫॉर ਦ ਪਾਵਰ ਟਰਾਂਸਮਿਸ਼ਨ। ਦਿਸ ਇਜ਼ ਅ ਹਿਊਜ ਅਮਾਊਂਟ ਲੋਸ, ਹੈ ਨਾ, ਅਰਾਊਂਡ ਕਿੰਨਾ ਹੋ ਗਿਆ ਇਹ 20% ਲੋਸਿਸ ਹੋ ਗਏ, 20 ਨਹੀਂ ਹੋਏ 12% ਲੋਸ ਹੋ ਗਏ, ਦਿਸ ਇਜ਼ ਰੀਅਲੀ ਹਾਈ, ਹੈ ਨਾ। ਤੇ ਇਸ ਕਰਕੇ ਇੱਥੇ ਟਰਾਂਸਫਾਰਮਰਸ ਜਿਹੜੇ ਨੇ ਉਹ ਯੂਜ਼ ਕੀਤੇ ਜਾਂਦੇ। ਓਕੇ, ਠੀਕ ਹੈ ਜੀ। So that's how it works. Now application. The applications of the transformer is to step up or step down the voltage. Depend upon our requirements. अपनी की रिक्वायरमेंट है उस पर ही डिपेंड करता है। ओके, अपन ਉੱਥੇ ਵੋਲਟੇਜ ਜ਼ਿਆਦਾ ਚਾਹੀਦੀ, ਆਪਾਂ ਨੂੰ ਵੋਲਟੇਜ ਘੱਟ ਚਾਹੀਦਾ। ਠੀਕ ਹੈ, ਆਪਾਂ ਨੂੰ ਇੱਥੇ ਫਿਰ ਦੂਸਰਾ ਹੈਗਾ ਕਿ ਮੇਜਰਮੈਂਟ ਆਫ ਕਰੰਟ ਐਂਡ ਵੋਲਟੇਜ ਇਨ ਸਿੰਗਲ ਐਂਡ 3 ਫੇਜ਼ ਸਿਸਟਮ। ਹਾਂਜੀ, ਪਹਿਲਾਂ ਆਪਾਂ CT ਤੇ PT ਕੀਤੇ ਸੀਗੇ, ਥੋੜ੍ਹਾ ਜਿਹਾ ਸਮਝਿਆ ਸੀਗਾ, ਤਾਂ ਉਹ ਬੇਸਿਕਲੀ known as the instrument transformers and those are used for the measurement of the current and the voltage at a high voltage level or high current level. Okay, ठीक है, so this can also be used for the measurement of power or energy by using these CT and PTs. Okay, we can also use them. ठीक है जी। Okay, can the transformer operate on DC? No, never, है ना। ਆਪਾਂ ਜੇ ਆਪਾਂ ਇੱਥੇ ਕੋਈ ਟਰਾਂਸਫਾਰਮਰ ਦੀ ਕੋਇਲ ਹੈ, ਆਪਾਂ ਇੱਥੇ ਮੰਨ ਲਓ DC ਵੋਲਟੇਜ ਲਗਾ ਦਈਏ, it won't work, it won't work. Why? Because there is no rate of change in magnetic flux, ਇਹ constant ਹੈ and it is a zero. Okay, the rate of change is zero, so that's why the flux won't be changing or produce an EMF in the secondary coil, ਇੱਥੇ ਕੋਈ EMF produce ਨਹੀਂ ਹੋਊਗੀ। ਓਕੇ, ਠੀਕ ਹੈ ਜੀ। ਇਨਫੈਕਟ ਜਿਹੜੀ ਇਹ DC ਕਰੰਟ ਹੈ ਇਹਦੀ ਸੈਚੂਰੇਸ਼ਨ ਜਿਹੜੀ ਆ ਉਹ ਵਧਾ ਦੂਗੀ
Okay. The transformer action does not take place with the direct current of constant in magnitude. The DC primary current, the flux produced in the core is not alternating but it is of constant value. As there is no change in flux linkage with the secondary winding, the induced EMF in secondary is 0. Okay. So on DC the transformer won't work. Okay. If the DC is applied to the primary, then there is a possibility of transformer core saturation because of the higher amount of the current or not changing that. Okay. If the core saturated, the primary will draw excessive large current. Therefore, the application of DC should be avoided. Okay. Okay. Now talk about the ideal transformer. ਹੁਣ ਆਪਾਂ ਇੱਕ ਕੀ ਕਰਾਂਗੇ ਕਿ ਟਰਾਂਸਫਾਰਮਰ ਦੀਆਂ ਇਕੁਏਸ਼ਨਾਂ ਤੇ ਪਾਵਰ ਵਗੈਰਾ ਦੇਖਣੀ ਹੈ ਸਾਰੀ ਵੀ ਇਹ 'ਚ ਕੀ ਲੋਸ ਹੁੰਦੇ ਨੇ ਠੀਕ ਹੈ ਨਾ ਤੇ ਇਹਦਾ ਕੀ ਰਿਲੇਸ਼ਨ ਹੈਗਾ ਪ੍ਰਾਇਮਰੀ ਵੋਲਟੇਜ ਤੇ ਸੈਕੰਡਰੀ ਵੋਲਟੇਜ ਦਾ ਆਪਸ 'ਚ ਟਰਨਸ ਦਾ ਕੀ ਰੇਸ਼ੋ ਹੈ ਤੇ ਉਹਦਾ ਕੀ ਫਾਰਮੂਲੇ ਨੇ ਕੀ ਇੰਪੈਕਟ ਹੈ ਨਾ ਆਪਾਂ ਸਾਰਾ ਸਟੱਡੀ ਕਰਨਾ ਤਾਂ ਉਸ ਸਟੱਡੀ ਵਾਸਤੇ ਆਪਾਂ ਨੂੰ ਇੱਕ ਆਈਡੀਅਲ ਕੇਸ ਦੀ ਲੋੜ ਹੁੰਦੀ ਹੈ ਜਿਹਦੇ ਵਿੱਚ ਕਿ ਕੋਈ ਲੋਸ ਨਾ ਹੋਵੇ ਠੀਕ ਹੈ ਕੋਈ ਮੈਗਨੈਟਿਕ ਲੀਕੇਜ ਨਾ ਹੋਵੇ ਠੀਕ ਹੈ ਨਾ ਤੇ ਜਿਹੜੀਆਂ ਕੋਇਲਾਂ ਜਿਹੜੀਆਂ ਉਹ ਪਿਓਰ ਇੰਡਕਟਿਵ ਨੇ ਉਹਨਾਂ ਦਾ ਆਪਦਾ ਰੈਜ਼ਿਸਟੈਂਸ ਜਿਹੜਾ ਉਹ ਵੀ ਜ਼ੀਰੋ ਹੋਵੇ ਓਕੇ this is the basic ideal transformer condition okay okay now this is the ideal transformer ਮੰਨ ਲਓ ਆਹ ਇੱਕ ਵਾਈਂਡਿੰਗ ਹੈ primary this is known as the primary winding okay this is a secondary winding okay ਇੱਥੇ ਆਪਾਂ ਵੋਲਟੇਜ ਸੋਰਸ ਦੇਤਾ ਓਕੇ ਇੱਥੇ ਆਪਾਂ ਵੋਲਟੇਜ ਸੋਰਸ ਦੇਤਾ ਇੱਥੇ ਮੈਗਨੈਟਿਕ ਫਲਕਸ ਲਿੰਕ ਕੀਤਾ ਮੰਨ ਲਓ ਇੱਥੇ ਟਰਨ ਜਿਹੜੇ ਨੇ ਵੋਲਟੇਜ ਜਿਹੜੀ ਹੈ ਦੈਟ ਇਜ਼ V1 ਠੀਕ ਹੈ ਤੇ ਜਿਹੜੇ ਟਰਨ ਹੈਗੇ ਨੇ ਦੈਟ ਇਜ਼ N1 ਇੱਥੇ ਜਿਹੜਾ ਟਰਨ ਹੈਗੇ ਨੇ ਦੈਟ ਇਜ਼ N2 ਓਕੇ ਲੈਟ ਦਾ ਫ੍ਰੀਕੁਐਂਸੀ ਆਫ ਅਪਲਾਈਡ ਓਵਰ ਹੇਅਰ ਇਜ਼ ਦੈਟ ਇਜ਼ F ਓਕੇ ਠੀਕ ਹੈ ਤਾਂ ਇੱਥੇ ਕੀ ਹੋਇਆ ਇੱਥੇ ਮੈਗਨੈਟਿਕ ਫਲਕਸ ਜਿਹੜਾ ਉਹ ਲਿੰਕ ਕੀਤਾ ਤੇ ਇੱਥੇ ਪਾਸ ਕਰਨਾ ਇਸ ਤਰ੍ਹਾਂ ਸ਼ੁਰੂ ਕਰ ਦਿੱਤਾ ਓਕੇ ਠੀਕ ਹੈ ਜੀ ਇਸ ਨਾਲ ਲਿੰਕ ਹੋਇਆ ਤਾਂ ਇੱਥੇ ਇੱਕ EMF ਪ੍ਰੋਡਿਊਸ ਹੋਈ ਦੈਟ ਇਜ਼ E2 ਓਕੇ ठीक है जी ओके दिस इज अकॉर्डिंग टू द लेंजेस लॉ तो वी नो दैट कि E1 is equal to minus N1 into d5 by m upon d2 that is rate of change in current into multiply by the number of turns in this coil. Similarly E2 over here that is the EMF induced that is equal to the rate of change in magnetic flux okay multiply by the number of turns at this secondary winding ठीक है जी ओके ठीक है जी ਨਾਓ ਹੁਣ ਜਿਹੜੀ ਇੰਡਿਊਸਡ ਵੋਲਟੇਜ ਜਿਹੜੀ ਇੱਥੇ ਹੋਊਗੀ ਉਹਦੀ ਇੱਕ ਆਪੋਜ਼ਿਟ ਪੋਲੈਰਿਟੀ ਹੁੰਦੀ ਹੈ ਅਕੋਰਡਿੰਗ ਟੂ ਦ ਲੈਂਜਸ ਲੋ ਸੋ ਹੇਅਰ ਇਟ ਇਜ਼ ਮਾਈਨਸ ਸਾਈਨ ਵਿਲ ਬੀ ਦੇਅਰ ਓਕੇ ਸਿਮਿਲਰਲੀ ਦ ਮਾਈਨਸ ਸਾਈਨ ਓਵਰ ਹੇਅਰ ਇਜ਼ ਡਿਊ ਟੂ ਦ ਲੈਂਜਸ ਓਕੇ ਹੁਣ ਮੰਨ ਲਓ ਕਿ ਇੱਕ ਜਿਹੜੀ ਫ੍ਰੀਕੁਐਂਸੀ ਦਾ ਸਾਈਕਲ ਸੀ ਦਿਸ ਇਜ਼ ਅ ਪਿਓਰ ਸਾਈਨੋਸੋਇਡਲ ਵੇਵਫਾਰਮ ਤੁਸੀਂ ਸੁਣ ਰਹੇ ਹੋ ਸਾਰੇ everyone is there yes sir yes sir ਹਾਂਜੀ ਸਰ ਓਕੇ ਓਕੇ ਮੈਂ ਥੋੜਾ ਥਿਓਰੈਟੀਕਲ ਚੱਲ ਰਿਹਾ ਸੀ ਅਜੇ ਕੰਮ so please pay attention okay so now क्या है कि एक साइनोसोडल वेवफॉर्म है दिस इज अवर कंप्लीटली ए साइनोसोडल वेवफॉर्म है ना ਤਾਂ ਉਸ ਦੇ ਜਸਟ ਇੱਕ ਸਾਈਕਲ ਲੈ ਲਿਆ ਮੰਨ ਲਓ ਉਸ ਦੀ ਫ੍ਰੀਕੁਐਂਸੀ f ਸੀਗੀ ਤਾਂ ਦਿਸ ਇਜ਼ ਅ ਸਾਈਕਲ ਓਕੇ ਤਾਂ ਦਿਸ ਇਜ਼ ਅ ਸਾਈਕਲ ਦੈਟ ਇਜ਼ ਹੈ ਨਾ ਪੂਰਾ f ਇਜ਼ ਦ ਫ੍ਰੀਕੁਐਂਸੀ ਤਾਂ ਉਹਦਾ ਟਾਈਮ ਪੀਰੀਅਡ ਕੀ ਹੋਏਗਾ ਇੱਕ ਸਾਈਕਲ ਦਾ ਦੈਟ ਇਜ਼ 1 upon f ਮੰਨ ਲਓ ਮੈਂ ਕਿਹਾ ਵੀ ਫ੍ਰੀਕੁਐਂਸੀ ਜਿਹੜੀ ਆ 50 ਹਰਟਜ਼ ਹੈ ਓਕੇ ਤਾਂ ਇੱਕ ਸਾਈਕਲ ਦੇ ਵਿੱਚ ਕਿੰਨਾ ਇੱਕ ਸਾਈਕਲ ਦਾ ਟਾਈਮ ਪੀਰੀਅਡ ਕਿੰਨਾ ਹੋਵੇਗਾ ਦੈਟ ਇਜ਼ 1/50 ਦੈਟ ਇਜ਼ ਇਕੁਅਲ ਟੂ ਹੈ ਨਾ ਕਿੰਨਾ ਆ ਜਾਏਗਾ 0.02 ਸੈਕਿੰਡ ਹੈ ਨਾ 0.002 ਸੈਕਿੰਡ 0.02 ਸੈਕਿੰਡ ਠੀਕ ਹੈ 0.02 ਸੈਕਿੰਡ ਦੇ ਵਿੱਚ ਇੱਕ ਸਾਈਕਲ ਜਿਹੜਾ ਉਹ ਵੇਵਫਾਰਮ ਕੰਪਲੀਟ ਕਰ ਲੈਂਦੀ ਹੈ ਠੀਕ ਹੈ ਤਾਂ ਆ ਇਹ ਜਿਹੜੀ ਮੈਕਸਿਮਮ ਪੀਕ ਹੈ ਇਹ ਇੱਕ ਤਾਂ 1/4 ਸਾਈਕਲ ਤੇ ਇਹਦੀ ਆਊਗੀ ਮਤਲਬ टाइम पीरियड मल्टीप्लाई बाय द फ्रीक्वेंसी डिवाइड बाय 4 क्योंकि ये मान लो 4 हिस्से पा ले ठीक है 0 1 2 3 एंड 4 ठीक है तो ये 1/4 से मैक्सिमम वैल्यू आ जाएगी ओके ठीक है तो ਹੁਣ ਮੰਨ ਲਓ ਕਿ N1 N2 ਆਪਣੇ ਡਿਫਾਈਨਡ ਸੀਗੇ φm ਇਜ਼ ਦ ਮੈਕਸਿਮਮ ਫਲਕਸ ਸੀ f ਇਜ਼ ਦ ਫ੍ਰੀਕੁਐਂਸੀ ਐਟ ਦ AC ਇਨਪੁਟ ਠੀਕ ਹੈ ਨਾ ਤਾਂ ਜਿਹੜੀ ਐਵਰੇਜ ਰੇਟ ਆਫ ਚੇਂਜ ਇਨ ਫਲਕਸ ਹੋਊਗੀ ਦੈਟ ਵਿਲ ਬੀ ਇਕੁਅਲ ਟੂ ਦ ਮੈਕਸਿਮਮ ਵੈਲਿਊ upon that time period okay we will get the average value that is 1/4 into f okay so this will become the average rate of change in flux
Okay, that would be our 4 into F into 5. Okay, that is our average rate of change in flux, or it can be used as the EMF per turn. Okay, ਇਸ ਨੂੰ EMF ਆਪਾਂ per turn ਵੀ ਕਹਿ ਸਕਦੇ ਹਾਂ, ਜੇ ਮੰਨ ਲਓ ਉੱਥੇ ਆਪਾਂ ਟਰਨ ਜਿਹੜਾ ਇੱਕੋ ਹੀ ਲੈ ਕੇ ਚੱਲੇ ਹਾਂ। ਠੀਕ ਹੈ, if there are now the n number of turns, the value would be 4 into F into phi m into n number of turns. That would be the अपनी EMF in that coil, but is the average value. Okay, now we know that कि ਜਿਹੜਾ form factor ਹੁੰਦਾ ਉਹ ਕੀ ਹੁੰਦਾ ਹੈਗਾ, that is average value क्या ਹੁੰਦਾ जी, this is RMS value upon RMS value average. RMS upon average. Okay, this is 1.11. Okay, ਤਾਂ ਇੱਥੇ ਆਪਾਂ ਐਵਰੇਜ ਵੈਲਿਊ ਪੁੱਟ ਕਰ ਦਾਂਗੇ, that is 4f into 5m. Okay, so this would be the our relation. Okay, that is 4.44 into 5 into 5. Okay, this is the EMF per turn. Okay, ਤੇ ਇਹਨੂੰ ਜੇ ਆਪਾਂ ਨੰਬਰ ਆਫ ਪ੍ਰਾਇਮਰੀ ਮੰਨ ਲਓ, ਇਹ ਪ੍ਰਾਇਮਰੀ ਸਾਈਡ ਤੇ ਆਪਾਂ ਤਾਂ ਇਹਨੂੰ n1 ਨਾਲ ਮਲਟੀਪਲਾਈ ਕਰ ਦਿਓ, ਅਗਰ ਇਹ ਸੈਕੰਡਰੀ ਸਾਈਡ ਤੇ ਹੈ ਤਾਂ n2 ਨਾਲ ਮਲਟੀਪਲਾਈ ਕਰ ਦਿਓ। ਓਕੇ, ਯੂ ਵਿਲ ਗੈਟ ਦ ਵੈਲਿਊ। ਤੁਹਾਨੂੰ ਥਿਊਰੀ 'ਚ ਪੜ੍ਹਨ ਦੀ ਜਮਾ ਲੋੜ ਨਹੀਂ ਹੈਗੀ, ਜਸਟ ਨੋ ਦ ਫਾਰਮੂਲਾ। ਠੀਕ ਹੈ, E1 is equal to 4.44, that is the frequency, number of turns and the flux linked with that circuit. This phi m is common. ਇਹ ਜਿਹੜਾ ਫਲਕਸ ਇੱਥੇ ਲਿੰਕ ਕਰ ਰਿਹਾ ਉਹੀ ਫਲਕਸ ਪ੍ਰਾਇਮਰੀ ਤੇ ਸੈਕੰਡਰੀ ਦੋਨਾਂ 'ਚ ਸੇਮ ਰਹੇਗਾ। ਓਕੇ, this phi m is the common because the same path is followed. Okay, or the same magnetic flux is passing from both the coils. Okay, ਤਾਂ E1 ਦੀ ਵੈਲਿਊ ਜਿਹੜੀ ਆ ਗਈ ਤੁਹਾਡੇ ਕੋਲ ਆ ਗਈ, that is 4.44 frequency, number of turns, magnetic flux density and the area of that coil. Okay, similarly E2 that can be 4.44 F into number of turns at secondary. Okay, the flux linkage, or you can give the flux density and the area. Okay, ਤੁਸੀਂ ਦੋਨੋਂ ਨਾਲ ਕਰ ਸਕਦੇ ਹੋ। ਠੀਕ ਹੈ, ਹੁਣ ਜੇ ਤੁਸੀਂ ਇਹਨਾਂ ਦੋਨਾਂ ਦੀ ਰੇਸ਼ੋ ਲੈ ਲਓ, E2 upon E1 ਕਰ ਲਓ, ਤਾਂ ਇਹ ਕੀ ਹੋ ਜਾਂਦਾ ਹੈ, ਸੇਮ ਆਏਗੀ 4.44, ਫ੍ਰੀਕੁਐਂਸੀ ਸੇਮ, N1 ਇਜ਼ ਸੇਮ, phi m, ਤਾਂ ਇਹ ਕੈਂਸਲ ਆਊਟ ਹੋ ਜਾਏਗਾ ਸਾਰਾ, ਤਾਂ E2 upon E1 is equal to N2 upon N1 is equal to K। ਇੱਕ ਕੋਈ ਕੌਨਸਟੈਂਟ ਵੈਲਿਊ ਆ ਜਾਏਗੀ, ਜਿਹੜੀ ਕੋਈ ਟਰਾਂਸਫਾਰਮਰ ਦੀ ਵੈਲਿਊ ਹਮੇਸ਼ਾ ਕੌਨਸਟੈਂਟ ਰਹੇਗੀ, ਕਿਉਂਕਿ ਨੰਬਰ ਆਫ ਟਰਨਸ ਤਾਂ ਤੁਸੀਂ ਚੇਂਜ ਨਹੀਂ ਕਰ ਸਕਦੇ, ਮੰਨ ਲਓ ਕੋਈ ਟਰਾਂਸਫਾਰਮਰ ਬਣ ਗਿਆ। ਓਕੇ, so the N2 upon N1 would be a constant value that is known as K. Okay, ठीक है, ਓਕੇ ਠੀਕ ਹੈ ਜੀ। ਤਾਂ ਇਸ ਤੋਂ ਇੱਕ ਚੀਜ਼ ਵੀ ਕਲੀਅਰ ਹੁੰਦੀ ਹੈ ਕਿ ਜਿੰਨੇ ਨੰਬਰ ਆਫ ਟਰਨਸ ਜ਼ਿਆਦਾ ਹੋਣਗੇ ਉਨੀ E ਦੀ ਵੈਲਿਊ ਜ਼ਿਆਦਾ ਹੋਏਗੀ, ਬਿਕੋਜ਼ ਐਜ਼ ਫਰੋਮ ਦਿਸ ਰਿਲੇਸ਼ਨ ਵੀ ਹੈਵ got K, E2 is proportional to N2, E1 is proportional to N1. Okay, this K is known as the voltage transformation ratio. Okay, क्योंकि number of turns ਤੇ depend ਕਰੇਗੀ ਕਿ voltage ਜਿਹੜੀ ਉਹ step up ਹੋਣੀ ਹੈ ਕਿ step down ਹੋਣੀ ਹੈ। Okay, step up ਦਾ ਮਤਲਬ ਕੀ ਹੈ, ਮੰਨ ਲਓ ਇੱਥੇ ਆਪਾਂ 400 ਵੋਲਟ ਦਿੱਤੀ ਤੇ ਇੱਥੇ ਜਿਹੜੀ ਆਪਾਂ ਨੂੰ ਵੋਲਟੇਜ ਜਿਹੜੀ ਆ ਉਹ ਮੰਨ ਲਓ 1000 ਵੋਲਟ ਮਿਲ ਗਈ, ਇਟ ਮੀਨਸ ਇਟ ਇਜ਼ ਏ ਸਟੈਪ ਅਪ। ਓਕੇ, ਜੇ ਮੰਨ ਲਓ ਮੈਂ ਇਸ ਦਾ ਉਲਟਾ ਕੀਤਾ, ਇੱਥੇ ਮੰਨ ਲਓ ਮੈਂ 200 ਵੋਲਟ ਦਿੱਤੀ ਤੇ ਇੱਥੇ ਮੈਨੂੰ 2000 ਵੋਲਟ 20 ਵੋਲਟ ਮਿਲ ਗਈ, ਤਾਂ ਦਿਸ ਇਜ਼ ਏ ਸਟੈਪ ਡਾਊਨ। 200 ਦੇ ਅਗੇਂਸਟ 20 ਵੋਲਟ ਮਿਲ ਗਈ, ਦਿਸ ਇਜ਼ ਏ ਸਟੈਪ ਡਾਊਨ ਟ੍ਰਾਂਸਫਾਰਮਰ। ਇਹਦਾ ਮਤਲਬ ਕੀ ਹੋਊਗਾ, ਇੱਥੇ ਨੰਬਰ ਆਫ ਟਰਨਸ ਜਿਹੜੇ ਨੇ ਉਹ ਜ਼ਿਆਦਾ ਹੋਣਗੇ, ਸੋਰੀ N1, ਤੇ ਇੱਥੇ ਨੰਬਰ ਆਫ ਟਰਨਸ ਜਿਹੜੇ ਘੱਟ ਹੋਣਗੇ। ਇਸ ਦੇ ਵਿੱਚ ਉਲਟਾ ਸੀ, ਇਸ ਦੇ ਵਿੱਚ ਨੰਬਰ ਆਫ ਟਰਨਸ ਜਿਹੜੇ ਪ੍ਰਾਇਮਰੀ ਦੇ ਨੇ ਉਹ ਘੱਟ ਹੋਣਗੇ ਤੇ ਸੈਕੰਡਰੀ ਦੇ ਜ਼ਿਆਦਾ ਹੋਣਗੇ, ਕਿਉਂਕਿ ਵੋਲਟੇਜ ਨੂੰ ਸਟੈਪ ਅਪ ਕਰ ਰਿਹਾ। ਓਕੇ, ਐਂਡ ਦਿਸ ਸਰ EMF ਇਕੁਏਸ਼ਨ ਆਫ ਟ੍ਰਾਂਸਫਾਰਮਰ ਹੈ ਨਾ? यस, सॉरी क्या क्या है, EM सर EMF इक्वेशन ऑफ ट्रांसफार्मर, बिल्कुल बिल्कुल यही है, यही है अपने को। E is equal to 4.44 phi into N1 into frequency। ओके, सो इतों एक चीज़ होर भी निकल के आती है, ਜਿਹੜੀ EMF है वो ट्रांसफार्मर दी दैट डिपेंड अपॉन द फ्रीक्वेंसी। अच्छा, ਤੇ ਨੰਬਰ ਆਫ ਟਰਨਸ, ਠੀਕ ਹੈ, ਤੇ ਫਲਕਸ ਲਿੰਕੇਜ। ਓਕੇ, ਇਸ ਤੇ ਵੀ ਡਿਪੈਂਡ ਕਰਦੀ, ਜਾਂ ਫਿਰ ਏਰੀਆ ਤੇ ਲਗਾ ਲਓ, डायरेक्टली और इनडायरेक्टली डिपेंड करती है। ओके, ठीक है जी। ओके, दिस इज डन। नाउ वी नो दैट के P इज इक्वल टू V इंटू आई है ना,
ਐਂਡ ਵੀ ਨੋ ਕਿ ਦਿਸ ਇਜ਼ ਅ ਆਈਡੀਅਲ ਟਰਾਂਸਫਾਰਮਰ। ਆਪਾਂ ਇਸ ਕੰਡੀਸ਼ਨ ਵਾਸਤੇ ਮੇਨਲੀ ਆਈਡੀਅਲ ਟਰਾਂਸਫਾਰਮਰ ਲਿਆ ਸੀ। ਤਾਂ ਇਸ ਦਾ ਮਤਲਬ ਕੀ ਹੈ, ਮੰਨ ਲਓ ਪ੍ਰਾਇਮਰੀ ਤੇ ਕੀ ਹੈ, ਵੋਲਟੇਜ V1 ਹੈ, ਕਰੰਟ I1 ਹੈ, ਤੇ ਸੈਕੰਡਰੀ ਤੇ ਵੋਲਟੇਜ V2 ਹੈ ਤੇ ਕਰੰਟ I2 ਹੈ। ਓਕੇ, since there is no power loss, no magnetic loss, no copper loss, so what is happening, the power at input is equal to power at output। okay, so we got over here is कि ਆਪਾਂ ਉਸ ਨੂੰ ਟਰਾਂਸਫਾਰਮ ਚ ਲੈ ਲਾਂਗੇ, that is I2 upon I1 equal to V1 upon V2। ਠੀਕ ਹੈ, ਜਾਂ ਫਿਰ ਇਸ ਨੂੰ ਜੇ ਬ੍ਰੌਡ ਟਰਮ ਚ ਲੈਣਾ ਹੈ ਤਾਂ ਇਹ ਉਲਟਾ ਹੋ ਜਾਏਗਾ, ਇਕੁਅਲ ਟੂ ਹੋ ਜਾਏਗਾ ਇਹ I1 upon I2। ਠੀਕ ਹੈ ਨਾ, ਮਤਲਬ ਕਰੰਟ ਦੀ ਰੇਟਿੰਗ ਤੁਸੀਂ ਕੱਢ ਸਕਦੇ ਹੋ ਵੀ ਕਿੰਨਾ ਕਰੰਟ ਉੱਥੇ ਸਟੈਪ ਅਪ ਹੋ ਰਿਹਾ, ਸਟੈਪ ਡਾਊਨ ਹੋ ਰਿਹਾ। ਸੋ ਫॉर दैट ਵੈਲਿਊ ਹੈ ਨਾ, ਮਤਲਬ ਫॉर दैट ਪਰਪਸ ਦ ਕਰੰਟ ਇਜ਼ ਆਲਸੋ ਯੂਜ਼ਡ, ਹੈ ਨਾ, ਕਿ ਆਪਾਂ ਉੱਥੇ ਸਟੈਪ ਅਪ ਕਰਨਾ ਹੈ ਕਰੰਟ ਨੂੰ, ਕਿ ਸਟੈਪ ਡਾਊਨ ਕਰਨਾ ਹੈ। ਐਂਡ ਦ ਸੇਮ ਪ੍ਰਿੰਸੀਪਲ ਇਜ਼ ਇੰਪਲਾਈਡ ਇਨ ਦ CT, that is the current transformer, which is the instrument transformer, in which we step down the current। ਇਹ ਕਦੋਂ ਪੋਸੀਬਲ ਹੈ, ਜਦੋਂ ਆਪਾਂ ਸਟੈਪ ਅਪ ਕਰੀਏ ਵੋਲਟੇਜ ਨੂੰ। okay, because P is equal to VI, which is a constant in nature। okay, ਠੀਕ ਹੈ, ਗੱਲ ਨੂੰ ਸਮਝ ਗਏ। ਤਾਂ ਇਸੇ ਕਰਕੇ ਜਿਹੜਾ ਇੰਸਟਰੂਮੈਂਟ ਟਰਾਂਸਫਾਰਮਰ ਹੁੰਦਾ ਹੈ ਉਹਦੀ ਇਨੀਸ਼ੀਅਲ ਕੋਇਲ ਜਿਹੜੀ ਹੈ ਉਹ ਘੱਟ ਹੁੰਦੀ ਹੈ ਤੇ ਅਗਲੀ ਕੋਇਲ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਮੰਨ ਲਓ ਇਸ ਦੇ ਵਿੱਚ ਪਾਵਰ ਜਿਹੜੀ ਹੈਗੀ ਉਹ 500 ਵਾਟ ਹੈਗੀ ਹੈ। ਓਕੇ, ਤੇ ਵੋਲਟੇਜ ਮੰਨ ਲਓ ਹੈਗੀ ਹੈ ਆਪਣੀ 250 ਵੋਲਟ। ਤਾਂ ਕਰੰਟ ਇੱਥੇ ਕਿੰਨਾ ਹੈਗਾ ਆਪਣੇ ਕੋਲ, ਮੰਨ ਲਓ 2 ਐਂਪੀਅਰ ਇਸ ਦੇ ਕਰੰਟ, ਹੈ ਨਾ। ਤਾਂ ਇੱਥੇ ਆ ਕੇ ਕਰੰਟ ਦੀ ਵੈਲਿਊ ਜਿਹੜੀ ਹੈਗੀ ਹੋਰ ਡਿਕਰੀਜ਼ ਹੋ ਜਾਏਗੀ, ਇਟ ਵਿਲ ਬੀ ਫਰਦਰ ਰਿਡਿਊਸਡ। ਓਕੇ, ਬਿਕੋਜ਼ ਦਿਸ ਇਜ਼ ਸਟੈਪ ਅਪ। ਇੱਥੇ ਆਪਣੇ ਕੋਲ ਸੀਗੀ ਵੋਲਟੇਜ 250, ਮੰਨ ਲਓ ਇੱਥੇ ਕਰਦਾ ਇਹ 400 ਨੂੰ, ਤਾਂ ਦਿਸ ਕਰੰਟ ਵੈਲਿਊ ਬਿਕੇਮ 1.25 ਐਂਪੀਅਰ। ਓਕੇ, 2 ਐਂਪੀਅਰ ਤੋਂ 1.25 ਐਂਪੀਅਰ, ਸੋ ਦ ਕਰੰਟ ਇਜ਼ ਸਟੈਪ ਡਾਊਨ। ਠੀਕ ਹੈ ਜੀ, ਕਲੀਅਰ ਹੈ। ਓਕੇ, sir। ਹਾਂਜੀ, ਓਕੇ ਓਕੇ। ਨਾਓ ਉਹੀ ਚੀਜ਼ ਦੱਸ ਰਿਹਾ ਕਿ ਜੇ ਕਹਿੰਦਾ ਨੰਬਰ ਆਫ ਟਰਨਸ ਸੈਕੰਡਰੀ ਦੇ ਜ਼ਿਆਦਾ ਹੋਣ ਤੇ ਪ੍ਰਾਇਮਰੀ ਦੇ ਘੱਟ ਹੋਣ, ਇਟ ਇਜ਼ ਏ ਸਟੈਪ ਅਪ ਟਰਾਂਸਫਾਰਮਰ, ਔਰ ਦ ਕੇ ਵੈਲਿਊ ਇਜ਼ ਇੰਕਰੀਜ਼, that is E2 upon E1 is more than 1, it is a step up transformer। if ਠੀਕ ਹੈ, ਨੰਬਰ ਆਫ ਟਰਨ ਜਿਹੜੇ ਨੇ ਇੱਥੇ ਘੱਟ ਹੋਣ ਤੇ ਨੰਬਰ ਆਫ ਟਰਨ ਇੱਧਰ ਵੱਧ ਹੋਣ ਤੇ ਕੇ ਦੀ ਵੈਲਿਊ ਜਿਹੜੀ ਹੈ ਉਹ 1 ਤੋਂ ਘੱਟ ਹੋ ਜਾਂਦੀ ਹੈ, that is E2 upon E1 is less than 1। ਓਕੇ, ਲੈਸ ਦੈਨ 1 ਕਦੋਂ ਹੋਊਗਾ, ਜਦੋਂ E1 ਦੀ ਵੈਲਿਊ ਜਿਹੜੀ ਆ ਉਹ ਜ਼ਿਆਦਾ ਹੋਊਗੀ ਤੇ E2 ਦੀ ਵੈਲਿਊ ਘੱਟ ਜਾਏਗੀ। ਇਸ ਦਾ ਮਤਲਬ ਇਹ ਸਟੈਪ ਡਾਊਨ। ਡਾਊਨ ਟ੍ਰਾਂਸਫਾਰਮਰ। ਠੀਕ ਹੈ ਜੀ, ਕਲੀਅਰ ਹੈ। ਓਕੇ, ਹੁਣ ਇੱਕ ਛੋਟਾ ਜਿਹਾ ਗ੍ਰਾਫ ਹੈ, ਇਹ ਜੋ ਜ਼ਰੂਰ ਇੰਪੋਰਟੈਂਟ ਹੈਗਾ, ਦਿਸ ਇਜ਼ ਇੰਪੋਰਟੈਂਟ। ਓਕੇ, ਇਹਨੂੰ ਛੱਡ ਦਿਓਗੇ ਤਾਂ ਕੋਈ ਇਸ਼ੂ ਨਹੀਂ। ਇਸ 'ਚ ਕੀ ਕਹਿੰਦਾ ਹੈਗਾ ਕਿ ਜਿਹੜਾ ਕਹਿੰਦਾ ਇਸ 'ਚ ਫਲਕਸ ਜਿਹੜਾ ਪਾਸ ਕਰਦਾ ਹੈ that is in phase with the current, ਜਿਹੜਾ ਆਪਾਂ ਇਸ ਦੇ ਵਿੱਚ ਪਾਸ ਕੀਤਾ ਹੈਗਾ ਪ੍ਰਾਇਮਰੀ ਦੇ ਵਿੱਚ। ਠੀਕ ਹੈ ਨਾ, ਓਕੇ, this voltage is lagging this current by 90 degree, oh so okay, the current is lagging the voltage by 90 degree, obvious reason ਕਿਉਂਕਿ ਪਿਓਰ ਇੰਡਕਟਿਵ ਕੋਇਲ ਆਪਾਂ ਐਜ਼ਿਊਮ ਕੀਤੀ ਹੈ। ਠੀਕ ਹੈ ਨਾ, ਤੇ ਜਿਹੜਾ ਇੱਥੇ EMF ਇੰਡਿਊਸਡ ਹੋਈ ਹੈ, ਆਪਾਂ ਯਾਦ ਹੈ ਆਪਾਂ ਵੋਲਟੇਜ ਦਾ V1 ਦੇ ਦਿੱਤੀ ਸੀ, ਬਟ EMF ਇੰਡਿਊਸਡ E1 ਵਾਜ਼ ਇਨ ਨੈਗੇਟਿਵ ਇਨ ਸਾਈਨ, ਸਿਮਿਲਰਲੀ E2 ਵਾਜ਼ ਆਲਸੋ ਇਨ ਨੈਗੇਟਿਵ ਇਨ ਸਾਈਨ, ਆਪਾਂ ਕੀਤੀ ਵੀ ਸੀ ਇੱਥੇ ਇੱਥੇ ਸਰ ਲੈਂਜ਼ ਲੋ ਲੈਂਜਸ ਲੋ ਦੇ ਅਕੋਰਡਿੰਗ। ਐਗਜ਼ੈਕਟਲੀ। ਤਾਂ ਇਸ ਕਰਕੇ ਜਿਹੜਾ ਆਪਸ ਜਿਹੜਾ ਫੇਸ ਡਿਫਰੈਂਸ ਹੈ ਅਪਲਾਈਡ ਵੋਲਟੇਜ ਦਾ ਤੇ ਕਰੰਟ ਦਾ, that is in 90 degree for the ideal transformer। ਓਕੇ, ਤੇ ਫਰਦਰ ਜਿਹੜਾ ਆਪਸ ਚ ਜਿਹੜੀ ਇੰਡਿਊਸਡ EMF ਹੈ ਇੱਥੇ, that is lagging the flux linkage by 90 degree, ਇਹਨੂੰ ਲੈਗ ਕਰ ਰਿਹਾ ਜੇ ਆਪਾਂ ਕਾਊਂਟਰ ਕਲੋਕਵਾਈਜ਼ ਦੇਖੀਏ, ਹੈ ਨਾ। ਇਨੀਸ਼ੀਅਲੀ ਵੋਲਟੇਜ ਇਜ਼ ਇੰਕਰੀਜ਼ਿੰਗ ਤੇ ਕਰੰਟ ਇਜ਼ ਲੈਗਿੰਗ, ਇਸ ਤੋਂ ਬਾਅਦ ਕਰੰਟ ਨੂੰ ਤੇ ਫਲਕਸ ਨੂੰ ਜਿਹੜਾ ਲੈਗ ਕਰਦਾ ਹੈ that is E2 and E1। ਇਸ ਦਾ ਮਤਲਬ ਕੀ ਹੈਗਾ ਕਿ ਪਹਿਲਾਂ ਸਿਸਟਮ ਦੇ ਵਿੱਚ ਆਪਾਂ ਵੋਲਟੇਜ ਦਿੱਤੀ, ਠੀਕ ਹੈ ਨਾ, ਫਿਰ ਇਸ ਦੀ ਕਰੰਟ ਪਾਸ ਹੋਣਾ ਸ਼ੁਰੂ ਹੋਇਆ, ਫਿਰ ਫਲਕਸ ਲਿੰਕ ਹੋਇਆ, ਫਲਕਸ ਲਿੰਕ ਤੋਂ ਬਾਅਦ ਇੱਥੇ EMF E1 ਤੇ E2 ਜਿਹੜੀ ਹੈ ਪਿਕਚਰ ਦੇ ਵਿੱਚ ਆਈਆਂ। ਓਕੇ, ਠੀਕ ਹੈ ਜੀ, ਓਕੇ। Now, what are the assumptions for the ideal transformer operation?
ऑल फ्लक्स प्रोड्यूस इन प्राइमरी कॉइल लिंक टू द सेकेंडरी कॉइल, ठीक है ना, मतलब कोई फ्लक्स का लॉस नहीं हो रहा, नो कोर लॉसेस ड्यू टू हिस्टेरिसिस ऑफ द एडी करंट, वी आर निगलेक्टिंग दैम, नो पावर लॉस, परमिएबिलिटी इज इनफाइनाइट, कोई सैचुरेशन नहीं हो रही, वाइंडिंग हैव जीरो रेजिस्टेंस, नो करंट रिक्वायर्ड टू मैग्नेटाइज द आयरन कोर, ओके, कोई अपना करंट का खर्चा नहीं हो रहा उत्थे कोर ਨੂੰ ਮੈਗਨੇਟਾਈਜ਼ ਕਰਨ, ਓਕੇ। ਇਸ ਦਾ ਮਤਲਬ ਕੀ ਹੈ, ਜੇ ਇਹ ਆਈਡਲ ਟਰਾਂਸਫਾਰਮਰ ਨਹੀਂ ਹੋਗਾ ਤਾਂ ਇੰਨੇ ਤਰ੍ਹਾਂ ਦੇ ਲੌਸਿਸ ਜਾਂ ਇੰਨੇ ਤਰ੍ਹਾਂ ਦੀਆਂ ਅਜ਼ੰਪਸ਼ਨਾਂ ਸਾਰੀਆਂ ਹਟ ਜਾਣਗੀਆਂ, ਆਪਾਂ ਨੂੰ ਉਸ 'ਤੇ ਵਰਕਆਊਟ ਕਰਨਾ ਪਏਗਾ, ਓਕੇ। ਨਾਓ ਲੈਟਸ ਵਰਕ ਔਨ ਦ ਨਿਊਮੈਰੀਕਲਸ, ਬੜੇ ਸਿੰਪਲ ਨੇ ਤੇ ਯੂ ਵਿਲ ਐਕਸਪੈਕਟ ਦਿਸ ਟਾਈਪ ਆਫ ਮਲਟੀਪਲ ਚੋਇਸ ਕੁਐਸਚਨ ਇਨ ਦ ਐਗਜ਼ਾਮ, ਓਕੇ। ਕੀ ਹੈ ਕੁਐਸਚਨ, ਦ ਮੈਕਸਿਮਮ ਫਲਕਸ ਡੈਂਸਿਟੀ ਇਨ ਦ ਕੋਰ ਆਫ 250 ਬਾਈ 300 ਵੋਲਟ ਟਰਾਂਸਫਾਰਮਰ, 3000 ਵੋਲਟ ਟਰਾਂਸਫਾਰਮਰ ਜਿਹਦੀ ਫ੍ਰੀਕੁਐਂਸੀ 50 ਹਰਟਜ਼ ਹੈ, ਸਿੰਗਲ ਫੇਜ਼ ਹੈ, ਠੀਕ ਹੈ। ਦ ਮੈਕਸਿਮਮ ਫਲਕਸ ਡੈਂਸਿਟੀ ਇਜ਼ 1.2 ਵੈਬਰ ਪਰ ਮੀਟਰ ਸਕੁਆयर, we have given the bm, okay। if the सर emf स्टेप अप ट्रांसफार्मर नजर आना, बिल्कुल जी बिल्कुल, दिस इज a step up transformer, ਇਸ ਦਾ ਮਤਲਬ ਕੀ ਹੈ, n1 is less than n2, ਜਾਂ ਨੰਬਰ ਆਫ ਟਰਨਸ ਜਿਹੜੇ ਇੱਥੇ ਸੈਕੰਡਰੀ ਦੇ ਨੇ ਉਹ ਜ਼ਿਆਦਾ ਨੇ n1 ਨਾਲੋਂ, ਠੀਕ ਹੈ ਨਾ। ਇਹ ਕੁਝ ਇਸ ਤਰ੍ਹਾਂ ਨਾਲ ਟਰਾਂਸਫਾਰਮਰ ਹੈ, ਓਕੇ। ਮੰਨ ਲਓ ਇੱਥੇ n ਹੈਗਾ 100, ਅਜ਼ਿਊਮ ਕਰ ਲਓ n1 ਹੈ, ਇਹ ਘੱਟ ਨੇ ਤੇ ਇੱਧਰ ਬਹੁਤ ਜ਼ਿਆਦਾ ਕੋਇਲ ਲੱਗੀ, ਓਕੇ, ਬਹੁਤ ਜ਼ਿਆਦਾ ਇੱਥੇ ਕਾਪਰ ਲੱਗਿਆ ਹੋਇਆ, ਓਕੇ। ਤਾਂ ਹੁਣ ਦੇਖੋ ਵੀ ਇਹ ਕੀ ਕਹਿ ਰਿਹਾ, ਇਹ ਕਹਿੰਦਾ 250 ਤੋਂ 300 ਵੋਲਟ ਦਾ ਆਪਣੇ ਕੋਲ ਟਰਾਂਸਫਾਰਮਰ ਹੈ, ਠੀਕ ਹੈ, ਜਿਹੜਾ ਸਟੈਪ ਅਪ ਕਰਦਾ ਹੈ, ਉਹਦੀ ਫਲਕਸ ਡੈਂਸਿਟੀ ਆਪਾਂ ਨੂੰ ਦਿੱਤੀ ਹੋਈ ਹੈਗੀ, ਦੈਟ ਇਜ਼ bm, ਫ੍ਰੀਕੁਐਂਸੀ ਆਪਾਂ ਨੂੰ ਦਿੱਤੀ ਹੋਈ ਹੈ, ਇੱਕ ਟਰਨ ਦੇ ਵਿੱਚ ਕਹਿੰਦਾ ਜਿਹੜੀ EMF ਪ੍ਰੋਡਿਊਸ ਹੋ ਰਹੀ ਹੈ ਉਹ ਵੀ ਆਪਾਂ ਨੂੰ ਦਿੱਤੀ ਹੋਈ ਹੈ, ਠੀਕ ਹੈ। ਕਹਿੰਦਾ ਐਗਜ਼ੈਕਟ ਨੰਬਰ ਆਫ ਟਰਨਸ ਕੱਢੋ ਜੀ ਕਿੰਨੇ ਹੋਣਗੇ, ਤਾਂ ਬਹੁਤ ਸਿੰਪਲ ਹੈਗਾ, n1 ਟਰਨ ਕੱਢਾਂਗੇ ਆਪਾਂ 250/8 ਕਰ ਦਿਓ, ਠੀਕ ਹੈ ਨਾ, 250 ਵੋਲਟ ਹੈਗੀ, ਇੱਕ ਟਰਨ ਦੇ ਵਿੱਚ ਕਿੰਨੀ EMF ਪ੍ਰੋਡਿਊਸ ਹੁੰਦੀ ਹੈ ਉਹ ਆਪਾਂ ਨੂੰ ਦੱਸੀ ਹੋਈ ਹੈ, ਦੈਟ ਇਜ਼ 8 ਵੋਲਟ, ਓਕੇ। ਤਾਂ 250/8 ਕਰ ਦੋਗੇ ਤਾਂ ਆਪਣੇ ਕੋਲ ਵੈਲਿਊ ਆ ਜਾਏਗੀ, ਦੈਟ ਇਜ਼ 32, ਤਾਂ n1 ਇਜ਼ 32, ਤਾਂ n2 ਕੱਢਣਾ ਹੈਗਾ ਤਾਂ ਆਪਾਂ 3000/8 ਕਰ ਦਾਂਗੇ, ਤਾਂ n2 ਇਜ਼ 375, ਓਕੇ। ਕਲੀਅਰ ਹੋ ਗਿਆ, ਨੰਬਰ ਆਫ ਟਰਨਸ ਇੱਥੇ ਇਸ ਤੋਂ ਕਿਤੇ ਜ਼ਿਆਦਾ ਨਹੀਂ, 10 ਗੁਣਾ ਜ਼ਿਆਦਾ ਨਹੀਂ, ਠੀਕ ਹੈ ਨਾ। ਸੋ ਦੈਟਸ ਵਾਈ ਇਟ ਇਜ਼ ਸਟੈਪਿੰਗ ਅਪ, ਓਕੇ। ਹੁਣ ਇਸ ਤੋਂ ਬਾਅਦ ਕੀ ਕਰਨਾ ਹੈ, ਏਰੀਆ ਆਫ ਦ ਕੋਰ। ਹੁਣ ਆਪਾਂ ਨੇ ਇੱਕ ਪਹਿਲਾ ਫਾਰਮੂਲਾ ਕੀਤਾ ਸੀ, ਦੈਟ ਇਜ਼ EMF ਪ੍ਰੋਡਿਊਸ, ਦੈਟ ਇਜ਼ ਇਕੁਅਲ ਟੂ 4.44, ਠੀਕ ਹੈ ਨਾ, ਫ੍ਰੀਕੁਐਂਸੀ, ਠੀਕ ਹੈ, into our ਸੀਗਾ number of turns, ठीक है ना, into and B into A, into bm into a, okay। और ਇਹਨੂੰ ਐਂ ਵੀ ਆਪਾਂ ਲਿਖ ਸਕਦੇ ਸੀ, that is f into flux, okay। since we know that k flux density is equal to the flux upon area, so we give the value phi is equal to b into a over here, okay। ਤਾਂ ਆ ਉੱਪਰ ਵਾਲੀ ਵੈਲਿਊ ਇੱਥੇ ਬਣ ਜਾਂਦੀ ਹੈ, ਓਕੇ, ਠੀਕ ਹੈ ਜੀ। ਤਾਂ ਉਹ ਵੈਲਿਊ ਜਿਹੜੀ ਆਪਾਂ ਇੱਥੇ ਪੁੱਟ ਅਪ ਕਰਾਂਗੇ, ਆਪਣੇ ਕੋਲ EMF ਪਹਿਲੇ ਦੀ ਕਿੰਨੀ ਦਿੱਤੀ ਹੋਈ ਹੈ, ਮੰਨ ਲਓ 250 ਵੋਲਟ, ਓਕੇ। ਫ੍ਰੀਕੁਐਂਸੀ ਆਪਣੇ ਕੋਲ ਹੈਗੀ ਹੈ, ਦੈਟ ਇਜ਼ 50 ਹਰਟਜ਼, ਓਕੇ। ਨੰਬਰ ਆਫ ਟਰਨਸ ਆਪਣੇ ਕੋਲ ਹੈਗਾ 32 ਆਈ ਸੀ, 32, ਓਕੇ, ਐਂਡ ਮਲਟੀਪਲਾਈ ਬਾਈ ਦ ਫਲਕਸ, ਦੈਟ ਇਜ਼ ਇਕੁਅਲ ਟੂ 1.2, ਓਕੇ, ਐਂਡ ਵੀ ਵਿਲ ਗੈਟ ਦ ਏਰੀਆ ਆਫ that core, okay, that is equal to 0.03 meter square, okay। ठीक है जी, ठीक है जी, दिस इज रियली वेरी सिंपल न्यूमेरिकल, ਤੇ ਇਸ ਤੋਂ ਸਟੈਪ ਅਪ ਨਿਊਮੈਰੀਕਲ ਆਈ ਡੋਂਟ ਥਿੰਕ ਸੋ ਕਿ ਆਉਣਾ ਚਾਹੀਦਾ ਹੈ ਨਾ। ਤੇ ਲੈਟਸ ਵਰਕ ਔਨ ਸਮ ਅਦਰ ਨਿਊਮੈਰੀਕਲ। A single phase transformer has 400 primary and 1000 secondary turn, ठीक है, ये भी step up transformer है, okay। The net cross section area of core is 60 centimeter square, ਆਪਾਂ ਨੂੰ ਏਰੀਆ ਦਿੱਤਾ ਹੈ ਨਾ। The primary of है ना is connected to the 50 hertz supply, ठीक है, at 520 volt, 520 volt ਇੱਥੇ ਆਪਾਂ ਦੇ ਦਿੱਤੀ, okay। ਤਾਂ the peak value of the flux density in the core, you need to find out the bm, ਇੱਥੇ ਤੁਸੀਂ bm ਕਰਨੀ ਹੈ, okay। the voltage induced in the secondary coil, v2 ਤੇ ਆਪਾਂ voltage ਕਰਨੀ ਹੈ, v2 ਤੇ voltage ਤਾਂ ਬਹੁਤ easily ਨਿਕਲ ਆਊਗੀ, how, because we know that ਕਿ E2 upon E1 is equal to N2 upon N1, okay, ਠੀਕ ਹੈ। ਆਪਾਂ ਨੂੰ ਇਹ ਪਤਾ ਹੈ ਕਿ 400 ਪ੍ਰਾਇਮਰੀ ਤੇ 1000 ਜਿਹੜੇ ਆ ਦੂਸਰੇ ਟਰਮ ਨੇ, ਹੈ ਨਾ।
वी हैव द वैल्यू दैट इज 1000 बाई 400। ठीक है, E1 ਤੇ ਆਪਾਂ ਵੋਲਟੇਜ ਕਿੰਨੀ ਦਿੱਤੀ ਹੈਗੀ ਹੈ, E1 ਤੇ ਵੋਲਟੇਜ 520 ਵੋਲਟ ਦਿੱਤੀ ਹੈ। ਓਕੇ, ਤਾਂ E2 ਦੀ ਵੋਲਟੇਜ ਕਿੰਨੀ ਆ ਜਾਊਗੀ 1000 ਗੁਣਾ 520 ਬਟਾ 400। ਓਕੇ, ਯੂ ਵਿਲ ਗੈਟ ਦ ਵੈल्यू। ਓਕੇ, दैट वुड बी अराउंड कितनी आ गई 1300 वोल्ट। ओके, इट इज अ स्टेप अप ट्रांसफॉर्मर। सो ਆਪਾਂ ਇਨੀਸ਼ੀਅਲੀ 520 ਦਿੱਤੀ ਤੇ ਆਪਾਂ ਇੱਥੇ 1300 ਵੋਲਟ ਵੈਲਿਊ ਲੈ। ਓਕੇ, ਠੀਕ ਹੈ ਜੀ। ਹੁਣ ਆਪਾਂ ਨੂੰ ਪਤਾ ਹੈ ਫਾਰਮੂਲਾ ਕੀ ਹੁੰਦਾ ਹੈ, E is equal to 4.44 ਫ੍ਰੀਕੁਐਂਸੀ BM into ਏਰੀਆ, ਠੀਕ ਹੈ, into ਨੰਬਰ ਆਫ ਟਰਨਸ। ਓਕੇ, ਹੁਣ ਕਿਸੇ ਦੇ ਵੀ ਤੁਸੀਂ ਸਰ ਇਹ BM ਤਾਂ 5x ਹੀ ਹੈ ਨਾ ਸਰ? ਹਾਂ ਬਿਲਕੁਲ, ਜਿਹੜਾ ਆਪਾਂ ਨੂੰ ਦਿੱਤਾ ਫਲਕਸ ਡੈਂਸਿਟੀ ਆਪਾਂ ਨੂੰ ਮੈਕਸਿਮਮ ਦਿੱਤੀ ਹੋਈ ਹੈ, ਆ BM ਦਿੱਤੀ ਹੋਈ ਹੈ, ਦੈਟ ਵੀ ਨੀਡ ਟੂ ਫਾਈਂਡ ਆਊਟ। ਓਕੇ, ਆਪਾਂ ਨੂੰ ਉਹਨੇ ਏਰੀਆ ਦਿੱਤਾ ਹੋਇਆ ਦੈਟ ਇਜ਼ 60 ਸੈਂਟੀਮੀਟਰ ਸਕੁਅਰ। ਓਕੇ, ਤੁਸੀਂ ਇੱਥੇ ਏਰੀਆ ਦੀ ਵੈਲਿਊ ਪੁੱਟ ਅਪ ਕਰੋਗੇ, ਨੰਬਰ ਆਫ ਟਰਨਸ ਦੀ ਵੈਲਿਊ ਪੁੱਟ ਅਪ ਕਰੋਗੇ, ਯੂ ਹੈਵ ਦ EMF ਵੈਲਿਊ ਦੈਟ ਇਜ਼ 520। ठीक है, 4.44 दिस इज आवर फ्रीक्वेंसी। ठीक है, दिस 400 इज आवर टर्न, number of turn N1, BM you need to find out, and this is our area that is in convert into the meter square. Okay, because it is in a centimeter square, so you divide by it by 10 is power minus 10 is power 4 ਨਾਲ divide कर दो या फिर multiply by 10 is power minus 4 ਨਾਲ। Okay, you will get the value of BM। Okay, ठीक है जी। So with the help of this you can find out the value। Okay, okay, a 25 kVA transformer has 500 turns in primary and 50 turns in secondary। लो जी, हुने step down transformer है because here N1 is larger than the N2। okay, ਇਹਦੀ ਜਿਹੜੀ ਰੇਟਿੰਗ ਆਪਾਂ ਨੂੰ 25 kVA ਦੀ ਆਪਾਂ ਨੂੰ ਦਿੱਤੀ ਹੋਈ ਹੈ ਵੀ 25 kVA ਦਾ ट्रांसफॉर्मर है। The primary is connected to 3000 volt 50 hertz supply। Find the full load primary and secondary current। full load primary current ਕੱਢਣ ਲਈ ਤੁਸੀਂ ਕੀ ਕਰੋਗੇ, ਹਾਂਜੀ, you have the voltage connection over here ਜਿਹੜੀ ਕਿ 3000 ਵੋਲਟ ਆਪਾਂ ਦੇਤੇ to the primary। okay, ਤਾਂ 25 kVA ਨੂੰ ਤੁਸੀਂ ਡਿਵਾਈਡ ਬਾਈ ਕਰ ਦਿਓ 3000 ਨਾਲ। okay, ਤਾਂ you will get the primary current that would be 8.33 एम्पीयर करंट। ओके, ਹੁਣ ਸੈਕੰਡਰੀ ਤੇ ਕਿੰਨਾ ਕਰੰਟ ਹੋਏਗਾ ਯੂ ਕੈਨ ਈਜ਼ੀਲੀ ਫਾਈਂਡ ਆਊਟ, ਜਾਂ ਫਿਰ ਤੁਸੀਂ ਸੈਕੰਡਰੀ ਦੀ ਪਹਿਲਾਂ ਵੋਲਟੇਜ ਕਰ ਲਓ। ਠੀਕ ਹੈ, ਮੰਨ ਲਓ 3000 ਵੋਲਟ ਹੈ, ਸੈਕੰਡਰੀ ਤੇ ਕਿੰਨੀ ਵੋਲਟੇਜ ਆ ਜਾਏਗੀ 3000 ਗੁਣਾ ਨੰਬਰ ਆਫ ਟਰਨਸ ਇਨ ਸੈਕੰਡਰੀ ਸਾਈਡ ਡਿਵਾਈਡ ਬਾਈ ਦ ਪ੍ਰਾਇਮਰੀ ਸਾਈਡ। ਠੀਕ ਹੈ ਨਾ, ਤਾਂ ਤੁਹਾਡੇ ਕੋਲ ਆ ਗਿਆ 30 ਐਂਪੀਅਰ ਜਿਹੜਾ ਕਰੰਟ ਆ ਗਿਆ। ਹੁਣ ਤੁਸੀਂ ਕਹੋਗੇ ਸਰ 30 ਐਂਪੀਅਰ ਕਰੰਟ ਕਿਵੇਂ ਆ ਗਿਆ, ਬਿਕੋਜ਼ ਦਿਸ ਇਜ਼ ਸਟੈਪ ਡਾਊਨ ਟਰਾਂਸਫਾਰਮਰ ਨੇ ਵੋਲਟੇਜ ਡਿਕਰੀਜ਼ ਕਰਤੀ ਤੇ ਆਪਣੇ ਕੋਲ ਕਰੰਟ ਦੀ ਵੈਲਿਊ ਇੰਕਰੀਜ਼ ਕਰਤੀ। ਓਕੇ, ਸੋ ਵਿਦ ਦ ਹੈਲਪ ਆਫ ਦੈਟ ਯੂ ਵਿਲ ਗੈਟ ਦ ਵੈਲਿਊ ਦੈਟ ਇਜ਼ ਆਪਣਾ ਕੁਝ ਫਰਕ ਰਹਿ ਗਿਆ ਪ੍ਰੋਬਲਮ, ਕੁਝ ਗਲਤ ਕੀਤਾ ਗਿਆ। ਫੁੱਲ ਲੋਡ ਪ੍ਰਾਇਮਰੀ ਆਪਾਂ ਓਕੇ ਆਪਾਂ ਵੋਲਟੇਜ ਕੱਢੀ ਸੀ, ਆਪਾਂ ਕੀ ਕੀਤਾ ਸੀ, this is 3000 volt। okay, this was a just 330 volt is the power। okay, this is E। okay, the current value would be ਆਪਾਂ ਕੱਢ ਲਾਂਗੇ ਹੈ ਨਾ ਕਿੰਨੀ ਹੈ 25 kV ਨੂੰ ਡਿਵਾਈਡ ਕਰ ਦਾਂਗੇ ਆਪਾਂ। okay, 30 ਨਾਲ we will get the value of the current value that is 83.3 ampere। okay, ਤਾਂ ਇਸ ਤਰ੍ਹਾਂ ਆਪਾਂ ਵੈਲਿਊ ਉਹ ਵੀ ਕਰ ਸਕਦੇ ਹਾਂ। ਓਕੇ ਜੀ, ਤਾਂ ਫੁੱਲ ਲੋਡ ਕਰੰਟ ਦੀ ਵੈਲਿਊ ਪ੍ਰਾਇਮਰੀ ਤੇ ਸੈਕੰਡਰੀ ਤੇ ਨਿਕਲ ਆਊਗੀ। ਓਕੇ, ਫਾਈਂਡ ਦ ਮੈਕਸਿਮਮ ਫਲਕਸ ਇਨ ਦ ਕੋਰ। ਓਕੇ, ਯੂ ਨੀਡ ਟੂ ਫਾਈਂਡ ਆਊਟ ਦ ਮੈਕਸਿਮਮ ਫਲਕਸ ਇਨ ਦ ਕੋਰ। ਹਾਊ ਯੂ ਵਿਲ ਫਾਈਂਡ ਆਊਟ, ਦੈਟ ਇਜ਼ E1 4.44 frequency, number of turns ਤੇ 5M, you have the value of 3000, you have this all value, you can find out the value of 5। ਠੀਕ ਹੈ ਜੀ, ਤਾਂ ਮਤਲਬ ਇਹ ਫਾਰਮੂਲਾ ਨੂੰ ਤਾਂ ਤੁਸੀਂ ਪੂਰਾ ਰੱਟ ਲਓ, ਕੋਈ ਦਿੱਕਤ ਨਾ ਹੋਵੇ। ਠੀਕ ਹੈ, ਓਕੇ, ਇਸ ਦੇ ਬੇਸ ਤੇ ਕੁਐਸਚਨ ਆ ਜਾਂਦਾ। ਓਕੇ, the path of magnetic flux in a transformer, it's a low reluctance path। ਰੈਜ਼ਿਸਟੈਂਸ ਦਾ ਕੋਈ ਲੈਣ ਦੇਣਾ ਨਹੀਂ,
ਹਾਈ ਰਿਲਕਟੈਂਸ ਦੇ ਮੰਗਦਾ ਮੈਗਨੈਟਿਕ ਫਲਕਸ ਕਿਵੇਂ ਪਾਸ ਕਰੇਗਾ, ਹਾਈ ਕਨੈਕਟੀਵਿਟੀ ਹੋ ਹੀ ਨਹੀਂ ਸਕਦੀ ਉੱਥੇ, ਹੈ ਨਾ। ਸੋ ਇਟਸ ਏ ਲੋ ਰਿਲਕਟੈਂਸ ਪਾਸ ਫॉर द मैग्नेटिक फ्लक्स, देयर इज नथिंग टू डू विद द कंडक्टिविटी और द रेजिस्टेंस फॉर द मैग्नेटिक फ्लक्स, इट इज ऑलवेज रिलक्टेंस वैल्यू कितनी सी ना पर मैग्नेटिक सर्किट we find out the reluctance. If a higher voltage is given to primary and low voltage is given to the secondary from the secondary transformer, ਇੱਥੇ ਤੁਸੀਂ ਹਾਈ ਵੋਲਟੇਜ ਦੇਤੀ ਮੰਨ ਲਓ 3000 ਵੋਲਟ ਤੇ ਇੱਥੇ ਲੋ ਵੋਲਟੇਜ ਲੈ ਲਈ 30 ਵੋਲਟ, ਦਿਸ ਇਜ਼ ਏ ਸਟੈਪ ਡਾਊਨ ਟਰਾਂਸਫਾਰਮਰ। ਜਿਹੜਾ ਸਟੈਪ ਅਪ ਤੇ ਸਟੈਪ ਡਾਊਨ ਆਪਾਂ ਕਹਿੰਦੇ ਆ ਨਾ ਉਹ ਆਪਾਂ ਵੋਲਟੇਜ ਦੇ ਰੈਫਰੈਂਸ 'ਚ ਕਹਿੰਦੇ ਨੇ, ਠੀਕ ਹੈ ਨਾ, ਇਹ ਗੱਲ ਯਾਦ ਰੱਖਿਓ। ਜਾਂ ਫਿਰ ਉੱਥੇ ਸਪੈਸ਼ਲੀ ਮੈਂਸ਼ਨ ਹੋਊਗਾ, ਮੰਨ ਲਓ ਮੈਂ ਲਿਖਦਾ ਵੀ ਇੱਕ ਜਿਹੜਾ ਟਰਾਂਸਫਾਰਮਰ ਹੈ ਉਹ ਸਟੈਪ ਡਾਊਨ ਕਰਦਾ ਕਰੰਟ ਨੂੰ 40 ਐਂਪੀਅਰ ਤੋਂ 10 ਐਂਪੀਅਰ 'ਚ, ਤਾਂ ਉਹ ਬੇਸਿਕਲੀ ਜੇ ਵੋਲਟੇਜ ਰੈਫਰੈਂਸ ਦੇਖਿਆ ਜਾਵੇ ਤਾਂ ਇਟ ਇਜ਼ ਅ ਸਟੈਪ ਅਪ ਟਰਾਂਸਫਾਰਮਰ, ਬਟ ਇਨ ਰੈਫਰੈਂਸ ਟੂ ਦ ਕਰੰਟ ਇਟ ਇਜ਼ ਅ ਸਟੈਪ ਡਾਊਨ ਟਰਾਂਸਫਾਰਮਰ, because V and I are inverse to each other in the case of power, okay, or P is equal to V into I, और है ना इनमें आपस में जे एक चीज़ बढ़ेगी तो दूसरा घटेगा, okay। The transformer mention ratio in the transformer is K ਦੀ ਵੈਲਿਊ ਪੁੱਛਦਾ ਹੈ, ਆਪਾਂ K ਦੀ ਵੈਲਿਊ ਕੀਤੀ ਸੀ, that is N2 upon N1, okay, E2 upon E1 और I1 upon I2, इनमें जो कोई भी हैगी है देख लो, N2 upon N1 is there, जे I1 upon I2 होंगी, this will be also correct, okay, so presently it is not correct। Shell type of transformer is commonly used because it has more magnetic flux leakage, it has less magnetic flux leakage, it has true magnetic path, okay। तो इत्थे जिहड़ी reluctance है वो भी ਆਪਾਂ ਨੂੰ ਘਟ ਜਾਂਦੀ because both the circuit are in parallel, okay। ਤਾਂ net reluctance ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਬਿਹੇਵ ਕਰਦੀ ਹੈ, ਪੈਰਲਲ ਹੁੰਦੀ ਹੈ, ਤਾਂ net reluctance ਜਿਹੜੀ ਹੈ ਉਹ ਸਰਕਟ ਦੀ ਉਹ ਘਟ ਜਾਂਦੀ ਹੈ, okay। it has true magnetic path and the reluctance is decreased, so the answer is B and C, okay। answer is the B and C, okay। The transformer is commonly used because it has high efficiency, frequency remains constant, construction cost per kV is less as compared to the other machines, everything is correct। ਜਿਹੜਾ ਟਰਾਂਸਫਾਰਮਰ ਜਿਹੜਾ ਹੈਗਾ ਉਹਦੀ ਐਫੀਸ਼ੀਐਂਸੀ ਤੁਸੀਂ ਐਂ ਕਹ ਲਓ ਵੀ 98% ਦੇ ਆਸ-ਪਾਸ ਤਾਂ ਹੁੰਦੀ ਹੋਈ ਹੈ, ਜਿਹੜੇ ਅੱਛੇ ਟਰਾਂਸਫਾਰਮਰ 99 ਤੱਕ 99.23 ਅਰਾਊਂਡ ਇੱਥੋਂ ਤੱਕ ਵੀ ਚਲੇ ਜਾਂਦੇ ਨੇ, ਹੈ ਨਾ। ਫ੍ਰੀਕੁਐਂਸੀ ਜਿਹੜੀ ਉਹ ਹਮੇਸ਼ਾ ਕੌਨਸਟੈਂਟ ਰਹਿੰਦੀ ਹੈ ਈਦਰ ਇਨ ਦ ਪ੍ਰਾਇਮਰੀ ਔਰ ਇਨ ਦ ਸੈਕੰਡਰੀ, ਠੀਕ ਹੈ। ਕੰਸਟਰਕਸ਼ਨ KV ਜਿਹੜੀ ਕੰਪੈਰੀਬਲ ਟੂ ਅਦਰ ਮਸ਼ੀਨ ਮਤਲਬ ਇਹ ਮੋਟਰ ਤੇ ਜਨਰੇਟਰ ਦੀ ਗੱਲ ਕਰਦਾ ਹੈ, ਅਫਕੋਰਸ ਉਸ ਦੇ ਮੁਕਾਬਲੇ ਇਹਦੀ ਕੰਸਟਰਕਸ਼ਨ ਜਿਹੜੀ ਕੋਸਟ ਹੈ ਉਹ ਘੱਟ ਹੁੰਦੀ ਹੈ, ਕਿਉਂਕਿ ਇਸ 'ਚ ਖਰਚਾ ਹੀ ਤੁਹਾਡਾ 2-3 ਚੀਜ਼ਾਂ 'ਤੇ, ਤਾਂ ਕੋਰ ਹੈ, ਇੱਕ ਕੋਇਲ ਹੈ ਤੇ ਇੱਕ ਇਹਦਾ ਟੈਂਕ ਹੈ ਨਾ, ਮੇਨ ਤਾਂ ਇੱਥੇ ਥੋੜ੍ਹਾ ਜਿਹਾ ਆਇਲ ਪੈ ਜਾਂਦਾ, ਤਾਂ ਉਹ ਸਾਰੀਆਂ ਚੀਜ਼ਾਂ ਇੰਨੀਆਂ ਕੋਈ ਕੋਸਟਲੀ ਨਹੀਂ ਹੈਗੀਆਂ, ਸੋ ਦੈਟਸ ਵਾਈ all of these are correct, okay। The EMF induced in the secondary winding depends upon, आ गया जी, मान लो सेकेंडरी वाइंडिंग ते EMF है तो नंबर ऑफ टर्न्स ते डिपेंड करता है, यस, फ्लक्स लिंकेज ते करता है, सप्लाई फ्रीक्वेंसी ते ऑफ कोर्स इट डिपेंड्स, जितनी ज़्यादा फ्रीक्वेंसी ज़्यादा होएगी उतना EMF ज़्यादा इंड्यूस होगी, ओके। इट डिपेंड्स ऑन ऑल दीज फैक्टर्स, ठीक है जी। ਇਹ ਠੀਕ ਹੈ ਵੈਸੇ ਜੇ ਕਿਸੇ ਹੋਰ ਪਰਸਪੈਕਟਿਵ ਨਾਲ ਦੇਖਿਆ ਜਾਵੇ ਤਾਂ ਲੈਟਸ ਸੀ ਇਨ ਹੀ ਇਜ਼ ਟਾਕਿੰਗ ਅਬਾਊਟ ਦ ਸੈਕੰਡਰੀ ਵਾਈਂਡਿੰਗ, ਓਕੇ। ਜੇ ਉੱਥੇ ਵੈਸੇ ਦੇਖਿਆ ਜਾਵੇ ਤਾਂ ਫਲਕਸ ਤਾਂ ਕੌਨਸਟੈਂਟ ਹੀ ਰਹਿੰਦਾ, ਜਿਹੜਾ ਪ੍ਰਾਇਮਰੀ ਚੋਂ ਪਾਸ ਕਰ ਰਿਹਾ ਉਹੀ ਫਲਕਸ ਸੈਕੰਡਰੀ ਚੋਂ ਪਾਸ ਕਰ ਰਿਹਾ, ਓਕੇ। ਜਿਹੜੀ ਫ੍ਰੀਕੁਐਂਸੀ ਪ੍ਰਾਇਮਰੀ ਚੋਂ ਪਾਸ ਕਰਦੀ ਹੈ ਉਹੀ ਸੈਕੰਡਰੀ ਚੋਂ ਕਰ ਰਹੀ, ਮਤਲਬ ਕਹਿਣ ਦਾ ਮਤਲਬ ਇਹ ਵੀ ਕੌਨਸਟੈਂਟ ਹੈ ਤੇ ਇਹ ਵੀ ਕੌਨਸਟੈਂਟ। ਦੇਖਿਆ ਜਾਵੇ ਤਾਂ ਸੈਕੰਡਰੀ ਵਾਈਂਡਿੰਗ ਤੇ ਜਿਹੜੀ EMF ਹੈ ਪ੍ਰੋਡਿਊਸ ਹੈ ਇਨ ਰੈਫਰੈਂਸ ਟੂ ਦ ਪ੍ਰਾਇਮਰੀ ਵਾਈਂਡਿੰਗ, ਉਹ ਕੌਣ ਕਿਹਦੇ ਤੇ ਡਿਪੈਂਡ ਕਰਦੀ ਹੈ, ਇਕੱਲੇ ਨੰਬਰ ਆਫ ਟਰਨਸ ਤੇ, ਰਾਈਟ। ਹਾਂ ਜੇ ਉੱਥੇ ਮਤਲਬ ਹੁਣ ਇੱਥੇ ਮਤਲਬ ਹੈ ਨਾ एग्जामिनर ਤੇ ਵੀ ਉਹਨੇ ਕਿਸ ਰੈਫਰੈਂਸ 'ਚ ਕਿਹਾ, ਜੇ ਇਨ ਰੈਫਰੈਂਸ ਟੂ ਦ ਪ੍ਰਾਇਮਰੀ ਕਿਹਾ ਦੈਨ ਹੀ ਇਜ਼ ਰਾਈਟ ਕਿ ਆਨਸਰ ਇਹ ਆਏਗਾ, ਹੈ ਨਾ। ਜੇ ਉਹਨੇ ਕੁਛ ਵੀ ਨਹੀਂ ਕਿਹਾ ਤਾਂ ਇਹ ਵੀ ਠੀਕ ਹੈ ਨਾ। ਪ੍ਰੈਜ਼ੈਂਟਲੀ ਪਰ ਆਪਾਂ ਨੂੰ ਪਤਾ ਨਹੀਂ ਨਾ ਹੁਣ ਉਹ ਇਨ ਰੈਫਰੈਂਸ ਹੀ ਲਈ ਜਾਂਦਾ ਹੋਵੇ ਉਹਦੇ, ਸੋ ਯੂ ਨੈਵਰ ਨੋ।
ਹੈ ਨਾ। ਤਾਂ ਮਤਲਬ ਹੈਗਾ ਟੁੱਚਾ ਜਿਹਾ ਕੁਐਸਚਨ ਹੈ, ਬਟ ਪਤਾ ਨਹੀਂ ਅਗਲਾ ਕਿਵੇਂ ਇਹਦਾ ਫਰੇਮ ਆਫ ਰੈਫਰੈਂਸ ਲੈ ਸੋ ਔਨ ਦੈਟ ਇਟ ਡਿਪੈਂਡ। ਵਾਟ ਯੂ ਥਿੰਕ, ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਵੈਸੇ ਜੇ ਆਪਾਂ ਬੈਨੀਫਿਟ ਆਫ ਡਾਊਟ ਦੇ ਨਾਲ? ਉਹਦਾ ਨੰਬਰ ਆਫ ਟਰਨ ਚ ਦੇਖਦੇ ਸੀ ਕਿ ਫਾਰਮੂਲੇ ਦੇ ਅਕੋਰਡਿੰਗ ਤਾਂ ਆਪਾਂ ਹਾਂਜੀ ਇਹ ਤੇ ਸੀ ਸਰ ਨੰਬਰ ਆਫ ਟਰਨਸ ਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਕਿ ਕੀ ਬਿਲਕੁਲ। ਜ਼ਿਆਦਾ ਹੈ, ਉਸ ਅਕੋਰਡਿੰਗ ਆਪਾਂ ਸਟੈਪ ਅਪ ਸਟੈਪ ਡਾਊਨ ਦੇਖਦੇ ਹਾਂ ਨਾ ਸਰ ਆਪਾਂ। ਬਿਲਕੁਲ ਬਿਲਕੁਲ ਉਹੀ ਕਹਿ ਰਿਹਾ ਨਾ ਮੈਂ ਹਾਂਜੀ। ਜੇ ਕਿਹੜਾ ਆਪਾਂ ਸ਼ਾਰਟ ਸਰਕਟ ਟੈਸਟ ਕਰਦੇ ਹੁੰਦੇ ਆ ਸੈਕੰਡਰੀ ਸਾਈਡ ਕਰਦੇ ਹੁੰਦੇ ਆ ਨਾ, ਇਸ ਲਈ ਜਿਹੜੀ ਫ੍ਰੀਕੁਐਂਸੀ ਉਹ ਅਪ ਡਾਊਨ ਹੁੰਦੀ ਰਹਿੰਦੀ ਹੈ। ਫ੍ਰੀਕੁਐਂਸੀ ਤਾਂ ਸੇਮ ਰਹਿੰਦੀ ਹੈ ਜਿਸ ਕਰ ਨਹੀਂ, ਜਦੋਂ ਆਪਾਂ ਸ਼ਾਰਟ ਸਰਕਟ ਟੈਸਟ ਕਰਦੇ ਨਾ ਸਰ ਸੈਕੰਡਰੀ ਸਾਈਡ, ਉਦੋਂ ਅੱਛਾ ਉਦੋਂ ਫ੍ਰੀਕੁਐਂਸੀ ਚੇਂਜ ਹੋ ਜਾਂਦੀ ਹੈ ਉਸਦੀ? ਹਾਂਜੀ ਹਾਂ, ਥੋੜੀ ਜਿਹੀ ਉਹਦੇ ਚ ਫਲਕਚੁਏਟ। ਮੈਨੂੰ ਨਹੀਂ ਲੱਗਦਾ ਵੀ ਇੰਨਾ ਇਹ ਦੂਰ ਤੱਕ ਗਿਆ ਹੋਊਗਾ ਸ਼ਾਰਟ ਸਰਕਟ ਵਾਸਤੇ ਤਾਂ। ਦੈਟ ਇਜ਼ ਫॉर द ਟੈਸਟਿੰਗ। ਆਟੋ ਟਰਾਂਸਫਾਰਮਰ ਲਗਾ ਕੇ ਸਰ ਉਹ ਕਰਦੇ ਨੇ, ਉਹ ਠੀਕ ਕਹਿ ਰਿਹਾ ਸਰ ਜਸਕਰਨ ਵੀ। ਨਹੀਂ ਉਹਦਾ ਮੈਂ ਇਹ ਕਹਿ ਰਿਹਾ ਵੀ ਉਸ ਲੈਵਲ ਤੇ ਨਹੀਂ ਪਹੁੰਚਿਆ ਹੋਣਾ ਇਹ ਵੀ ਉਸ ਤੇ ਡਿਪੈਂਡ ਕਰਦਾ ਵੀ ਸ਼ਾਰਟ ਸਰਕਟ ਟੈਸਟ ਦੀ ਨਾ ਗੱਲ ਕਰ ਰਿਹਾ ਇਹ ਕਹਿੰਦਾ ਵੀ ਇਹ ਤੇ ਡਿਪੈਂਡ ਕਰਦੀ ਹੈ। ਆਪਸ਼ਨ ਤਾਂ ਸਰ ਡੀ ਹੈਗਾ ਵੀ ਡਿਪੈਂਡ ਇਕੁਏਸ਼ਨ ਦੇ ਹਿਸਾਬ ਨਾਲ ਤਾਂ ਉਹ ਤਿੰਨੋਂ ਦੀ ਡਿਪੈਂਡ ਕਰ ਰਿਹਾ। ਤਿੰਨਾਂ ਨੂੰ ਡਿਪੈਂਡ ਕਰ ਰਿਹਾ ਨਾ, ਬਟ ਜੇ ਐਕਚੁਅਲ ਚ ਦੇਖਿਆ ਜਾਵੇ ਤਾਂ ਦੋਨੋਂ ਕਨਸਟੈਂਟ ਨੇ। ਬਟ ਸਰ ਫਲਕਸ ਤੇ ਹਾਂਜੀ ਸਰ ਫ੍ਰੀਕੁਐਂਸੀ ਚੇਂਜ ਤਾਂ ਹੁੰਦੀ ਨਾ, ਤਾਂ ਕਨਸਟੈਂਟ ਰਹਿੰਦੀ ਹੈ। ਮਤਲਬ ਇਟਸ ਅ ਡਾਈਸੀ ਕੁਐਸਚਨ, ਚਾਹੇ ਜਿਵੇਂ ਮਰਜ਼ੀ ਤੁਸੀਂ ਕਹੋ, ਹੈ ਨਾ। ਆਪਣੇ ਪੇਪਰ ਚ ਨਾ ਅਸਲ ਚ ਕੀ ਹੈ ਕਿ ਕੈਂਸਲ ਕਰਾਉਣ ਵਾਲੇ ਬਹੁਤ ਨੇ। ਮੰਨ ਲਓ ਕੋਈ ਗਲਤ ਕਰਿਆ ਹੈ ਤਾਂ ਫਿਰ ਉਹ ਉਸ ਤੇ ਪੂਰਾ ਜ਼ੋਰ ਲਾ ਕੇ ਕਹਿੰਦੇ ਮੈਂ ਆਪਦਾ ਪੁਆਇੰਟ ਸਹੀ ਰੱਖਦਾ, ਤਾਂ ਫਿਰ ਇਨ ਦਾ ਐਂਡ ਕੀ ਹੁੰਦਾ ਹੈ ਕਿ ਉਹ ਪੇਪਰ ਕੈਂਸਲ ਹੋ ਜਾਂਦਾ, ਪੇਪਰ 'ਚੋਂ ਕੁਐਸਚਨ ਕੈਂਸਲ ਹੋ ਜਾਂਦਾ ਪਰਟੀਕੂਲਰਲੀ, ਜਾਂ ਗ੍ਰੇਸ ਮਾਰਕਸ ਦੇ ਦਿੰਦੇ ਆ ਜਾਂ ਕੁਛ ਇਸ ਟਾਈਪ ਨਾਲ ਹੋ ਜਾਂਦਾ, ਹੈ ਨਾ। ਰਿਸਪੈਕਟ ਦੋਨੋਂ ਠੀਕ ਨੇ। ਚਲੋ, when the secondary of the transformer is loaded, the flux in the transformer will remain constant. It will remain constant. When the secondary of transformer is loaded, the current in primary side will not be affected. Increases, decreases, be the sum of no load current and excessive current drawn due to the secondary current. Okay, the answer is D. Okay, class B insulator can withstand a maximum temperature of, okay, ये थोड़ा जा क्रैम टाइप है कम, थोड़ा देख लियो। द क्लास ए इंसुलेटर इज ऑफ, है ना, 105 डिग्री की रेटिंग है। क्लास बी की जी हैगी पहला 130 होंगे सी, हुण चक के 150 करती, बट इट्स 130। ओके, कंसीडर फॉर दिस वन। क्लास एफ इट्स 180, क्लास एन इट इज़ 200 डिग्री, एंड क्लास एच इट इज़ 220। सो वी हैव द मैक्सिमम क्लास एच दैट इज़ 220, ठीक है ना, एंड द टेम्परेचर इज ऑल्सो सेटअप दैट इज़ 40 डिग्री फॉर द एम्बिएंट टेम्परेचर इज सेटअप फॉर दैट। ओके, electric power is transferred from one coil to other coil in transformer. It is due to the electromagnetically, not the electrically, not the magnetically, not the physically. Okay. However, in the case of auto transformer, it is also electrical. ठीक है ना? Transformer operates always at unity power factor, has its own power factor. At power factor below the particular value, at power factor depending upon the power factor of the load. Of course, it will depend upon the power factor of the load. Okay, ਜਿਹੜਾ ਉੱਥੇ ਸਿਸਟਮ ਦਾ ਪਾਵਰ ਫੈਕਟਰ ਹੋਏਗਾ ਉਸ ਦੇ ਅਕੋਰਡਿੰਗ ਹੀ ਤੁਹਾਡੀ KVA ਰੇਟਿੰਗ, KVA ਰੇਟਿੰਗ ਦਾ ਕਨਸਟੈਂਟ ਰਹੇਗੀ, KVAR ਰੇਟਿੰਗ ਦੀ ਗੱਲ ਹੈ। ਓਕੇ, ਔਰ ਦ ਕਿਲੋਵਾਟ ਰੇਟਿੰਗ that will be impacted, okay, according to the load's power factor. The lamination steels are made of the silicon sheet steel. Okay, ਇਹਨੂੰ ਜੇ broadly ਦੇਖੀਏ ਤਾਂ ਉਹ ਕੀ ਕਹਿੰਦੇ ਹੁੰਦੇ ਆਪਾਂ, cold rolled ਹੁੰਦੀਆਂ ਹੈਗੀਆਂ, cold rolled silicon oriented steels, oriented silicon steels. So that is used, but silicon steel is right answer according to our here. Okay, which of the following is a correct statement about the eddy current? Eddy current improves the efficiency? No. Eddy current do not influence the movement? No, they impact that. Eddy current heat up the metal part? Eddy current are used for arc welding? No, the answer is C. Okay,
The steel for construction of transformer core is made to have high permeability and low hysteresis loss. Of course, we use for that कि जिस loss ਜਿਹੜਾ area ਦਾ ਸਭ ਤੋਂ ਘੱਟ ਹੋ. This is not required for our purpose. So the answer is A. क्योंकि low permeability is not required, है ना? We need high permeability. Again, this is wrong. High permeability but high hysteresis loss is not desirable. So this would be wrong. Okay. As compared to an amplifier, a transformer cannot. It can increase the output, yes, it can increase. So, increase the output current, yes, it can do. Increase the output power, no, we can't do that. So this is the right answer. However, the operation amplifier can do that by taking the power from the reference source or the other source. Okay, additional power. ठीक है जी.